ਦੋ ਵੱਖ-ਵੱਖ ਮੁੱਦੇ ਇੱਥੇ ਨਜ਼ਰ ਆ ਰਹੇ ਹਨ, ਆਪਸ ਦੇ ਵਿੱਚ ਬਿਲਕੁਲ ਲਿੰਕ ਨੇ। ਇੱਕ ਹੈ ਮਹਾਗਠਜੋੜ ਜੋ ਦੇਸ਼ ਦੇ ਵਿੱਚ ਬਣ ਰਿਹਾ ਹੈ, 15 ਪਾਰਟੀਆਂ ਉੱਥੇ ਪਹੁੰਚ ਗਈਆਂ। ਹੋ ਸਕਦਾ ਹੈ 15 ਤੋਂ ਹੋਰ ਵੀ ਕੋਈ ਪਾਰਟੀਆਂ ਦੇਸ਼ ਦੀਆਂ ਆ ਕੇ ਇਸ ਮਹਾਗਠਜੋੜ ਦਾ ਹਿੱਸਾ ਹੋ ਜਾਣ। ਇੱਕ ਤਾਂ ਇਹ ਪੂਰਾ ਤੁਹਾਨੂੰ ਨਜ਼ਰ ਆ ਰਿਹਾ ਸਿਆਸਤ ਦੀ ਤਸਵੀਰ ਬਣਦੀ ਹੋਈ। ਦੂਜੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ, ਔਰ ਇਸ ਦਾ ਸਿੱਧਾ ਅਸਰ ਦਿੱਲੀ ਤੇ ਪੰਜਾਬ ਦੇ ਵਿੱਚ ਨਜ਼ਰ ਆਏਗਾ। ਇਸ ਕਰਕੇ ਪੰਜਾਬ ਬਹੁਤ ਅਹਿਮ ਇਸ ਪੂਰੇ ਮਹਾਗਠਜੋੜ ਦੇ ਵਿੱਚ ਹੋ ਰਿਹਾ ਹੈ। ਸ਼ੁਰੂਆਤ ਕਰਦੇ ਹਾਂ ਪਹਿਲਾਂ ਤਾਰਫ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਸ਼ਾਮਲ ਹੋਣਗੇ। ਐਡਵੋਕੇਟ ਹਰਪ੍ਰੀਤ ਖੜਿਆਲ ਜੀ ਸਾਡੇ ਨਾਲ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਸਾਡੇ ਨਾਲ ਪ੍ਰਣਵ ਧਵਨ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਧਵਨ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਅਨਿਲ ਸਰੀਨ ਸਾਹਿਬ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਰੀਨ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਅਮਰਦੀਪ ਸਿੰਘ ਧਾਰਨੀ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਧਾਰਨੀ ਸਾਹਿਬ ਬਹੁਤ-ਬਹੁਤ ਤੁਹਾਡਾ ਵੀ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਅੱਜ ਸ਼ੁਰੂਆਤ ਆਪਾਂ ਕਰਦੇ ਹਾਂ ਆਮ ਆਦਮੀ ਪਾਰਟੀ ਨੇ ਇਸ ਸਮੇਂ ਇਸ ਮਹਾਗਠਜੋੜ ਦੇ ਵਿੱਚ ਸ਼ਾਮਲ ਹੋਣ ਜਾਂ ਮਹਾਗਠਜੋੜ ਨੂੰ ਬਣਾਉਣ ਦੀ ਪੂਰੀ ਗੇਂਦ ਕਾਂਗਰਸ ਦੇ ਪਾਲੇ ਦੇ ਵਿੱਚ ਸੁੱਟੀ ਹੋਈ ਹੈ। ਇਸ ਕਰਕੇ ਸ਼ੁਰੂਆਤ ਕਾਂਗਰਸ ਤੋਂ। ਖੜਿਆਲ ਸਾਹਿਬ ਸ਼ੁਰੂਆਤ ਤੁਹਾਡੇ ਤੋਂ। ਸਿੱਧਾ ਜਿਹਾ ਸਵਾਲ ਔਰ ਸਿੱਧਾ ਜਿਹਾ ਇੱਕ ਸ਼ਰਤ ਆਮ ਆਦਮੀ ਪਾਰਟੀ ਨੇ ਤੁਹਾਡੇ ਵਾਸਤੇ ਰੱਖ ਦਿੱਤੀ ਹੈ, ਆਰਡੀਨੈਂਸ ਦੇ ਉੱਤੇ ਸਾਥ ਦਵੋ। ਮਹਾਗਠਜੋੜ ਦੇ ਵਿੱਚ ਅਸੀਂ ਇਨ, ਸਾਥ ਨਹੀਂ ਮਿਲਿਆ ਤਾਂ ਅਸੀਂ ਆਊਟ। ਹੁਣ ਤੁਸੀਂ ਆਰਡੀਨੈਂਸ ਵਾਲੇ ਮੁੱਦੇ ਉੱਤੇ ਇਨ ਹੋ ਜਾਂ ਆਊਟ ਹੋ? ਧੰਨਵਾਦ ਗੌਰਵ ਜੀ। ਪਹਿਲਾਂ ਤਾਂ ਗੌਰਵ ਜੀ ਆਪਾਂ ਇੱਕ ਚੀਜ਼ ਸਮਝ ਲਈਏ ਕਿ ਆਮ ਆਦਮੀ ਪਾਰਟੀ ਨੂੰ ਵਾਰ-ਵਾਰ ਜੇ ਕਾਂਗਰਸ ਪਾਰਟੀ ਕੋਲੇ ਆਉਣਾ ਪੈ ਰਿਹਾ ਸਮਰਥਨ ਮੰਗਣ ਲਈ, ਇੱਕ ਚੀਜ਼ ਕਲੀਅਰ ਹੋ ਗਈ ਕਿ ਕਾਂਗਰਸ ਪਾਰਟੀ ਪੋਜੀਸ਼ਨ ਆਫ ਪਾਵਰ ਤੇ ਬੈਠੀ ਹੈ। ਉਹਦਾ ਕਾਰਨ ਬੜਾ ਸਿੰਪਲ ਹੈ। ਇਹਨਾਂ ਨੂੰ ਪਤਾ ਹੈ ਵੀ ਕਾਂਗਰਸ ਕੋਲੇ ਸਭ ਤੋਂ ਜ਼ਿਆਦਾ ਐਮਪੀਜ਼ ਹੈ, ਕਾਂਗਰਸ ਕੋਲੇ ਸਭ ਤੋਂ ਜ਼ਿਆਦਾ ਇਨਫਲੂਐਂਸ ਹੈ ਓਵਰ ਅਦਰ ਆਪੋਜੀਸ਼ਨ ਪਾਰਟੀਜ਼। ਤੁਹਾਨੂੰ ਯਾਦ ਹੋਊਗਾ ਇਨੋਗ੍ਰੇਸ਼ਨ ਵੇਲੇ 21 ਆਪੋਜੀਸ਼ਨ ਪਾਰਟੀਜ਼ ਨੇ ਬਾਇਕਾਟ ਕੀਤਾ ਸੀ ਕਿਉਂਕਿ ਕਾਂਗਰਸ ਪਾਰਟੀ ਨੇ ਕਿਹਾ ਸੀਗਾ। ਤੇ ਤੀਜੀ ਗੱਲ ਇਹ ਹੈ ਗੌਰਵ ਜੀ ਕਿ ਇਹ ਮੈਟਰ ਤੇ ਕਾਂਗਰਸ ਪਾਰਟੀ ਦਾ ਸਟੈਂਡ ਕੀ ਹੈ। ਜਿਵੇਂ ਸਬਜੈਕਟਸ ਹੁੰਦਾ ਮੈਟਰ ਕੋਰਟ ਦੇ ਵਿੱਚ ਹੋਵੇ, ਇਹ ਮੈਟਰ ਸਾਡੀ ਹਾਈ ਕਮਾਂਡ ਦੇ ਵਿੱਚ ਹੈ ਤੇ ਸਾਡੀ ਹਾਈ ਕਮਾਂਡ ਡਿਸਾਈਡ ਕਰੂਗੀ ਕਿ ਸਪੋਰਟ ਕਰਨਾ ਹੈ ਕਿ ਨਹੀਂ ਕਰਨਾ। ਲੇਕਿਨ ਆਮ ਆਦਮੀ ਪਾਰਟੀ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਕਿ ਇਹਨਾਂ ਦੇ ਇੱਥੇ ਨੈਸ਼ਨਲ स्पोक्सपर्सन ਤੁਸੀਂ ਆਪਣਾ ਇੱਥੇ ਬਾਈਟ ਚਲਾਈ ਸੀ ਉਹਨਾਂ ਦੀ, ਕਹਿੰਦੇ कांग्रेस पार्टी को दिल्ली के लोग जरूरी लगते हैं कि नहीं लगते, कॉन्स्टिट्यूशन जरूरी लगता है कि नहीं लगता, सुप्रीम कोर्ट की जजमेंट जरूरी लगती है कि नहीं लगती। मैं आम आदमी पार्टी ਨੂੰ ਪੁੱਛਦਾ ਜੇ ਤੁਹਾਨੂੰ ਸਾਰੀਆਂ ਚੀਜ਼ਾਂ ਜ਼ਰੂਰੀ ਲੱਗਦੀਆਂ ਤੇ ਜੂਨ ਦੇ ਮਹੀਨੇ ਦੇ ਵਿੱਚ ਤੁਸੀਂ ਕੋਰਟ ਜਾਣਾ ਠੀਕ ਕਿਉਂ ਨਹੀਂ ਸਮਝਿਆ? ਉੱਥੇ ਵੈਕੇਸ਼ਨ ਬੈਂਚ ਬਹਿੰਦਾ, ਉਹਦੇ ਬਾਵਜੂਦ ਕੇਜਰੀਵਾਲ ਸਾਹਿਬ ਨੇ ਕੀ ਕਿਹਾ, ਜੁਲਾਈ ਦੇ ਵਿੱਚ ਅਸੀਂ ਜਾਵਾਂਗੇ, ਜੂਨ ਦੇ ਵਿੱਚ ਨਹੀਂ ਜਾਂਦੇ। ਮੈਨੂੰ ਗੌਰਵ ਜੀ ਇੱਕ ਚੀਜ਼ ਦੱਸਿਆ, ਆਮ ਆਦਮੀ ਪਾਰਟੀ ਦਾ ਕਾਰਨ ਕੀ ਹੈ? ਤੁਸੀਂ ਜਾਣਾ ਕਿਉਂ ਨਹੀਂ ਚਾਹੁੰਦੇ? ਲਿਖਾ ਲਿਓ ਸਵਾਲ ਤੇ ਦਾ ਜਵਾਬ ਲਿਓ, ਕਿਉਂਕਿ ਦੋ ਚੀਜ਼ਾਂ ਦੱਸੂਗਾ। ਨਹੀਂ, ਕਾਂਗਰਸ ਨੂੰ ਦੱਸ ਦਿਓ ਕਿ ਕਿਉਂ ਲੱਗ ਰਿਹਾ, ਕਿ ਕਾਂਗਰਸ ਨੂੰ ਕਿਉਂ ਲੱਗ ਰਿਹਾ ਕਿ ਉਹ ਨਹੀਂ ਜਾ ਰਹੇ। ਉਹਨਾਂ ਨੂੰ ਇਹ ਵੀ ਇੱਕ ਵੇ ਦਿਖ ਰਿਹਾ ਨਾ ਕਿ ਰਾਜ ਸਭਾ ਦੇ ਵਿੱਚ ਜੇ ਤੁਹਾਡੇ 31 MP 31 ਹੈ, ਅਗਰ ਮੈਂ ਗਲਤ ਨਹੀਂ ਹੈ, ਤੁਹਾਨੂੰ ਲੱਗ ਰਿਹਾ ਕਿ ਜੇ ਤੁਸੀਂ ਸਾਥ ਦੇ ਦਿੱਤਾ ਫਿਰ ਗੱਲ ਬਣ ਗਈ, ਰਾਜ ਸਭਾ ਦੇ ਵਿੱਚ ਪਾਸ ਨਹੀਂ ਹੋਏਗਾ ਆਰਡੀਨੈਂਸ ਤਾਂ ਉਹਨਾਂ ਨੂੰ ਕੋਈ ਜ਼ਿਆਦਾ ਦਿੱਕਤ ਹੀ ਨਹੀਂ, ਪਰ ਜੇ ਤੁਸੀਂ ਨਹੀਂ ਸਾਥ ਦਿੰਦੇ ਤਾਂ ਫਿਰ ਦਿੱਕਤ ਹੈ। ਗੱਲ ਇਹ ਹੈ ਨਾ ਗੌਰਵ ਜੀ, ਗੱਲ ਬੜੀ ਸਿੰਪਲ ਹੈ ਕਿ ਇਹ ਸਾਰਾ ਕੁਝ ਕਰਨ ਦੀ ਲੋੜ ਹੀ ਨਾ ਪੈਂਦੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਰਟ ਚਲੀ ਜਾਂਦੀ। ਦੋ ਸੁਪਰੀਮ ਕੋਰਟ ਦੀਆਂ ਜਜਮੈਂਟਸ ਫੇਵਰ ਹੋਣ ਦੇ ਬਾਵਜੂਦ, ਦੋ ਕਨਸਟੀਟਿਊਸ਼ਨ ਬੈਂਚ ਦੀਆਂ, ਇੱਕ 2018 ਦੀ, ਇੱਕ 2023 ਦੀ, ਉਹਦੇ ਬਾਵਜੂਦ ਕੋਰਟ ਨਾ ਜਾਣਾ, ਇਹ ਆਮ ਆਦਮੀ ਪਾਰਟੀ ਦੱਸ ਸਕਦੀ ਹੈ ਕਿਉਂ ਨਹੀਂ ਜਾ ਰਹੀ। ਮੈਂ ਦੋ ਉਦਾਹਰਨ ਦਊਂਗਾ। ਠੀਕ ਹੈ। ਸਮਰ ਵੈਕੇਸ਼ਨਸ ਦੇ ਵਿੱਚ ਹੀ ਟ੍ਰਿਪਲ ਤਲਾਕ ਤੇ ਫੈਸਲਾ ਆਇਆ ਸੀਗਾ ਤੇ NJAC ਦੇ ਇਸ਼ੂ ਤੇ ਆਇਆ ਸੀਗਾ, ਤੇ ਫਿਰ ਇਹ ਕਿੱਡਾ ਇਸ਼ੂ ਸੀਗਾ, ਐਮਰਜੈਂਸੀ ਸੀਗੀ ਤਾਂ ਚਲੇ ਜਾਂਦੇ। ਦੂਜੀ ਗੱਲ ਇੱਕ ਚੀਜ਼ ਹੋਰ, ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡ ਤੇ ਡਬਲ ਸਟੈਂਡਰਡ ਅੱਜ ਦੁਨੀਆ ਦੇ ਮੂਹਰੇ ਜੱਗ ਜ਼ਾਹਿਰ ਹੋ ਗਏ, ਕਿਉਂਕਿ ਉਹ ਪਾਰਟੀ ਹੈ ਜਿਹੜੀ ਕਾਂਗਰਸ ਤੇ ਇਲਜ਼ਾਮ ਲਾਉਂਦੀ ਸੀ, ਕਾਂਗਰਸ ਨੂੰ ਅਕਿਊਜ਼ ਕਰਦੀ ਸੀ, ਅੱਜ ਉਹੀ ਕਾਂਗਰਸ ਤੋਂ ਆ ਕੇ ਸਮਰਥਨ ਮੰਗਣਾ ਪੈ ਗਿਆ। ਕਰ ਲੈਣਾ ਆਪਦੇ ਆਪ ਨੂੰ ਐਕਸਪੋਜ਼। ਤੀਜੀ ਗੱਲ, ਉਹ ਪਾਰਟੀ ਨੂੰ ਬੜਾ ਇਤਰਾਜ਼ ਸੀਗਾ, ਬੜਾ ਗੁੱਸਾ ਆਇਆ ਸੀਗਾ ਜਦੋਂ ਅਜੀਤ ਦੇ ਪਲੇਟਫਾਰਮ ਤੇ ਸਾਰੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਗਈਆਂ ਸੀਗੀਆਂ, ਕਿਉਂਕਿ ਉਦੋਂ ਵੀ ਕੌਜ਼ ਸੀ ਗੌਰਵ ਜੀ, ਕੌਜ਼ ਸੀਗਾ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ, ਸਪਰੇਸ਼ਨ ਆਫ ਮੀਡੀਆ, ਤੇ ਉਦੋਂ ਕਹਿੰਦੇ ਸੀ ਸਾਰੇ ਰਲ ਗਏ ਜੀ, ਸਾਰੇ ਰਲ ਗਏ। ਹੁਣ ਤੁਸੀਂ ਆਪਦੇ ਆਪ ਨੂੰ ਕੀ ਕਹੋਗੇ ਵੀ ਅਸੀਂ ਸਾਰੇ ਨਾਲ ਰਲ ਰਹੇ ਹਾਂ ਜੀ, ਅਸੀਂ ਸਾਰੇ ਆਪਦੇ ਜਿਹੜੇ ਪ੍ਰਿੰਸੀਪਲ ਸੀਗੇ, ਸਾਡੀ ਸਾਰੀ ਨੈਤਿਕਤਾ ਸੀਗੀ, ਸਾਡੇ ਸਾਰੇ ਅਸੂਲ ਸੀਗੇ, ਅਸੀਂ ਸਾਰੇ ਤਿਆਗ ਤੇ ਰੱਖੋ ਸਟੈਂਡ। ਹੁਣ ਤੀਜੀ ਗੱਲ ਗੌਰਵ ਜੀ ਜ਼ਰੂਰੀ, ਜਿਹੜਾ ਇਹ ਓਵਰਆਲ ਆਪੋਜੀਸ਼ਨ ਪਾਰਟੀ ਮੀਟ ਹੈ, ਇੱਕ ਗੱਲ ਸਮਝ ਲਈ ਉਹਦਾ ਏਜੰਡਾ ਕੀ ਹੈ। ਆਈਡੀਓਲੋਜੀ ਇਹ ਹੈ, ਏਜੰਡਾ ਇਹ ਹੈ ਕਿ ਭਾਰਤ ਜੋੜੋ। ਬੀਜੇਪੀ ਦੀ ਆਈਡੀਓਲੋਜੀ ਦੇ ਖਿਲਾਫ ਹੈ ਜੋ ਹੈ ਭਾਰਤ ਤੋੜੋ। ਮੈਂ ਇੱਕੋ ਗੱਲ ਕਹੂੰਗਾ ਗੌਰਵ ਜੀ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਇੱਕ ਚੀਜ਼ ਸਮਝਣ। ਦੇਖੋ, ਪੰਜਾਬ ਦੀ ਪੋਲਿਟਿਕਸ ਤੇ ਸੈਂਟਰ ਦੀ ਪੋਲਿਟਿਕਸ ਨੂੰ ਇੱਕ ਨਜ਼ਰੀਏ ਨਾਲ ਦੇਖਣਾ ਪੈਣਾ। ਬੀਜੇਪੀ ਨੇ ਨਾ ਕੀ ਕੀਤਾ ਗੌਰਵ ਜੀ, ਆ 9 ਸਾਲਾਂ ਦੇ ਵਿੱਚ ਧੱਕੇਸ਼ਾਹੀ ਦੀ ਰਾਜਨੀਤੀ ਕਰਕੇ, ਮੈਂਡੇਟਾ ਪੋਲਿਟਿਕਸ ਕਰਕੇ ਪੂਰੇ ਦੇਸ਼ ਨੂੰ ਆਪਦੇ ਖਿਲਾਫ ਯੂਨਾਈਟ ਕਰ ਲਿਆ ਤੇ ਉਹ ਤੋਂ ਬਾਅਦ ਪੂਰੀ ਪੋਲੀਟੀਕਲ ਪਾਰਟੀਆਂ ਨੂੰ ਵੀ ਯੂਨਾਈਟ ਕਰਤਾ। ਤੁਸੀਂ ਇੱਕ ਗੱਲ ਦੇਖੋ, ਬੀਜੇਪੀ ਦੇ ਕੁਝ ਲੀਡਰਸ ਨਾ ਕਹਿ ਰਹੇ, ਬਿਆਨ ਦੇ ਰਹੇ ਆਪੋਜੀਸ਼ਨ ਪਾਰਟੀ ਦੀ ਮੀਟ ਤੋਂ ਪਹਿਲਾਂ, ਕਹਿੰਦੇ
ਵੀ ਇਹ ਸਾਈਨ ਹੈ ਕਾਂਗਰਸ ਪਾਰਟੀ ਦੀ ਕਮਜ਼ੋਰੀ ਦਾ। ਕਾਂਗਰਸ ਪਾਰਟੀ ਜਿੱਤ ਨਹੀਂ ਸਕਦੀ ਤਾਂ ਅਲਾਈਅੰਸ ਕਰਨੀ ਪੈ ਰਹੀ ਹੈ। ਮੇਰਾ ਇੱਥੇ ਬੀਜੇਪੀ ਨੂੰ ਇੱਕੋ ਕਹਿਣਾ, ਫਿਰ ਜੇ ਆ ਤੁਹਾਡਾ ਸਟੈਂਡ ਹੈ, ਆ ਤੁਹਾਡਾ ਤਰਕ ਹੈ, ਤਾਂ ਜਿਹੜੀ ਪਾਰਟੀ ਦੇ ਨਾਲ ਤੁਹਾਡੀ ਅਲਾਈਅੰਸ ਹੈ ਉਹ ਸਾਰੀਆਂ ਅਲਾਈਅੰਸਸ ਤੋੜੋ, ਕਿਉਂਕਿ ਤੁਹਾਡਾ ਤਰਕ ਤਾਂ ਇਹ ਹੈ ਵੀ ਜੇ ਅਲਾਈਅੰਸ ਹੋਊਗੀ ਤਾਂ ਕਮਜ਼ੋਰੀ ਦੀ ਨਿਸ਼ਾਨੀ ਹੈ, ਤਾਂ ਮਤਲਬ ਬੰਦਾ ਜਿੱਤ ਹੀ ਨਹੀਂ ਸਕਦਾ। ਫਿਰ ਸਾਰੀਆਂ ਅਲਾਈਅੰਸਸ ਤੋੜੋ, ਨਹੀਂ ਤਾਂ ਬੀਜੇਪੀ ਤੋਂ ਆਪਾਂ ਕਮੈਂਟ ਲਵਾਂਗੇ। ਮੈਂ ਸ਼ੁਰੂਆਤ ਕਰਦਾ ਤਮਨ ਸਾਹਿਬ ਦਾ ਰੁਖ ਕਰਦਾ। ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤਮਨ ਸਾਹਿਬ, ਕਿਉਂ ਜ਼ਰੂਰੀ ਹੋਗੀ ਕਾਂਗਰਸ? ਲੋਕ ਜਾਣਨਾ ਚਾਹੁੰਦੇ ਨੇ, ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਕਿ ਅੱਜ ਕਾਂਗਰਸ ਇੰਨੀ ਜ਼ਰੂਰੀ ਹੋ ਕਿਉਂ ਗਈ, ਕਿ ਆਰਡੀਨੈਂਸ ਦੇ ਉੱਤੇ ਪੂਰੀ ਗੱਲ ਰੁਕੀ ਹੋਈ ਹੈ ਜਾਂ ਫਸੀ ਹੋਈ ਹੈ, ਕਿ ਜੇਕਰ ਤੁਸੀਂ ਦੇਸ਼ ਦੇ ਵਿੱਚ ਸੈਂਟਰ ਦੀ ਸਰਕਾਰ ਦਾ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਦੇ ਖਿਲਾਫ ਇਕਜੁੱਟ ਹੋਣਾ ਹੈ ਤਾਂ ਫਿਰ ਸ਼ਰਤਾਂ ਰੱਖ ਰਹੇ ਹੋ। ਕਾਂਗਰਸ ਨੂੰ ਲੱਗਦਾ ਹੈ, ਮੈਂ ਪੰਜਾਬੀ 'ਚ ਕਹਾਂ ਸ਼ਾਇਦ ਤੁਹਾਨੂੰ ਜਾਂ ਕਾਂਗਰਸ ਨੂੰ ਲਾਈਨ ਚੰਗੀ ਨਾ ਲੱਗੇ, ਕਿ ਅੱਜ ਕਾਂਗਰਸ ਨੂੰ ਲੱਗਦਾ ਕਿ ਉਹਨਾਂ ਦੀ ਲੱਤ ਉੱਤੇ ਹੈ, ਇਸ ਕਰਕੇ ਉਹਨਾਂ ਦੇ ਵੱਲੋਂ ਸਟੇਟਮੈਂਟ ਵੀ ਦਿੱਤੀ ਜਾ ਰਹੀ ਹੈ ਕਿ ਅੱਜ ਤੁਹਾਨੂੰ ਸਾਡੇ ਕੋਲ ਆਉਣਾ ਪੈ ਰਿਹਾ ਹੈ। ਗੱਲ ਹੈ ਗੌਰਵ ਜੀ, ਅੱਜ ਜਿਹੜੀ ਪਟਨਾ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ ਨੇ, ਇਹ ਦੇਸ਼ ਹਿੱਤ ਦੀ ਗੱਲ ਚੱਲ ਰਹੀ ਹੈ, ਲੋਕਤੰਤਰ ਨੂੰ ਬਚਾਉਣ ਦੀ ਗੱਲ ਚੱਲ ਰਹੀ ਹੈ। ਮੈਂ ਕਾਂਗਰਸ ਦੇ ਬੁਲਾਰੇ ਦੀ ਗੱਲ ਸੁਣ ਰਿਹਾ ਸੀ, ਖੜਿਆਲ ਸਾਹਿਬ ਨੇ ਇਹ ਤਾਂ ਕਹਿ ਦਿੱਤਾ, ਬੜੀਆਂ ਵੱਡੀਆਂ ਗੱਲਾਂ ਕੀਤੀਆਂ, ਬਟ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇ ਸਕੇ। ਸ਼ਾਇਦ ਮੈਂ ਇਹਨਾਂ ਨੂੰ ਯਾਦ ਕਰਾਣਾ ਕਿ ਉੱਥੇ ਰਾਹੁਲ ਗਾਂਧੀ ਜੀ ਨੇ ਕੀ ਕਿਹਾ। ਉਹਨਾਂ ਨੇ ਕਿਹਾ ਹਿੰਦੁਸਤਾਨ ਦੀ ਨੀਂਹ ਤੇ ਆਕਰਮਣ ਹੋ ਰਿਹਾ ਹੈ। ਇਹ ਰਾਹੁਲ ਗਾਂਧੀ ਸਾਹਿਬ ਦੇ ਪ੍ਰੈਸ ਕਾਨਫਰੰਸ ਦੇ ਵਰਡ ਸੀਗੇ। ਸੋ ਇਹ ਆਪਦੇ ਲੀਡਰਾਂ ਦੀ ਗੱਲ ਨੂੰ ਕੱਟ ਰਹੇ ਨੇ। ਅਸੀਂ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ। ਅੱਜ ਜੋ ਕਾਲੇ ਆਰਡੀਨੈਂਸ ਜੋ ਦਿੱਲੀ ਦੇ ਉੱਤੇ ਜੋ ਤੁਗਲਕੀ ਫਰਮਾਨ ਸੁਣਾਇਆ ਗਿਆ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਨੇ, ਔਰ ਦੇਖੋ 15 ਸਿਆਸੀ ਦਲਾਂ ਦੇ ਉੱਥੇ ਲੀਡਰ, ਤਕਰੀਬਨ 27 ਲੀਡਰ ਮੌਜੂਦ ਸੀਗੇ, ਵੱਡੀ ਪਾਰਟੀਆਂ ਦੇ। ਅੱਧੀ ਪਾਰਟੀਆਂ ਤੇ ਉਹ ਸੀਗੀਆਂ ਜਿੱਥੇ ਕਾਂਗਰਸ ਦੀ ਸੂਬਾ ਸਰਕਾਰਾਂ ਹੈਗੀਆਂ, ਇਹਨਾਂ ਦੀਆਂ ਰਾਜਨੀਤਿਕ ਗਠਬੰਧਨ ਸਰਕਾਰਾਂ ਹੈ, ਉਹਨਾਂ ਨੇ ਵੀ ਕਾਲੇ ਆਰਡੀਨੈਂਸ ਦਾ ਸਮਰਥਨ ਦਿੱਤਾ, ਔਰ ਕਾਂਗਰਸ ਨੇ ਆਪਣਾ ਕੋਈ ਸਟੈਂਡ ਸਪਸ਼ਟ ਨਹੀਂ ਕੀਤਾ, ਚੁੱਪ ਕਰਕੇ। ਹਾਲਾਂਕਿ ਬਾਕੀ ਪਾਰਟੀਆਂ ਨੇ ਵੀ ਇਹਨਾਂ ਨੂੰ ਦੱਸਿਆ, ਔਰ ਇਹ ਗੱਲ ਦੱਸਿਆ ਕਿ ਜਨਤਕ ਕੀਤਾ ਕਿ ਜਨਤਕ ਕਰੋ, ਤੁਸੀਂ ਆਪਣਾ ਸਟੈਂਡ ਦੱਸੋ। ਔਰ ਇਹ ਕਾਲੇ ਕਾਨੂੰਨ ਨੇ ਜਿਹੜਾ ਆਰਡੀਨੈਂਸ ਲੈ ਕੇ ਆਏ ਨੇ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ, ਇੱਥੇ ਆਪਣਾ ਸਟੈਂਡ ਦੱਸੋ। ਕਾਂਗਰਸ ਨੇ ਆਪਣਾ ਕੋਈ ਸਟੈਂਡ ਨਹੀਂ ਦੱਸਿਆ। ਇਹਨਾਂ ਦੀ ਚੁੱਪੀ ਕੀ ਦਰਸਾਉਂਦੀ ਹੈ? ਇਹਨਾਂ ਦੀ ਚੁੱਪੀ ਇਹ ਦਰਸਾ ਰਹੀ ਹੈ, ਇੱਕ ਪਾਸੇ ਦੇਖੋ ਦੋਹਰੇ ਮਾਪਦੰਡ ਕਿਹਦੇ ਹੈ ਕਾਂਗਰਸ ਦੇ। ਇੱਕ ਪਾਸੇ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਦੇਸ਼ ਦੀ ਨੀਂਹ ਤੇ ਆਕਰਮਣ ਹੈ, ਦੂਸਰੇ ਪਾਸੇ ਤੁਸੀਂ ਚੁੱਪ ਰਹਿ ਕੇ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਦਾ ਸਮਰਥਨ ਕਰ ਰਹੇ ਹੋ। ਠੀਕ ਹੈ, ਤਮਨ ਜੀ ਮੈਂ ਇੱਕ ਛੋਟੀ ਜਿਹੀ ਗੱਲ ਐਡ ਕਰਾਂ, ਮੈਂ ਇੱਕ ਛੋਟੀ ਜਿਹੀ ਗੱਲ ਐਡ ਕਰਾਂ, ਤੁਸੀਂ ਆਪਣੀ ਗੱਲ ਕੰਪਲੀਟ ਕਰਿਓ। ਦੇਖੋ ਗੱਲ ਇਹ ਹੈ ਕਿ ਕਾਂਗਰਸ ਨੂੰ ਇਹ ਵੀ ਲੱਗ ਰਿਹਾ ਹੈ, ਜੋ ਬਿਲਕੁਲ ਅੰਦਰੋਂ ਮੀਟਿੰਗ ਦੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ, ਬਹੁਤ ਅਫੀਸ਼ੀਅਲ ਤੌਰ ਦੇ ਉੱਤੇ ਉਹ ਕਿਸੇ ਨੇ ਨਹੀਂ ਕਿਹਾ, ਕਾਂਗਰਸ ਨੂੰ ਇਹ ਵੀ ਲੱਗ ਰਿਹਾ ਕਿ ਤੁਹਾਨੂੰ ਸਾਥ ਵੀ ਚਾਹੀਦਾ ਹੈ ਪਰ ਤੁਸੀਂ ਅੱਖਾਂ ਵੀ ਦਿਖਾ ਰਹੇ ਹੋ। ਇਸ ਪੂਰੀ ਮੀਟਿੰਗ ਤੋਂ ਪਹਿਲਾਂ ਤੁਹਾਡੇ ਇੱਕ ਸਪੋਕਸਪਰਸਨ ਦੀ ਸਟੇਟਮੈਂਟ ਆਉਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਕਾਂਗਰਸ ਤੇ ਬੀਜੇਪੀ ਦੀ ਮਿਲੀਭਗਤ ਹੈ, ਤੇ ਕਾਂਗਰਸ ਨੂੰ ਲੱਗ ਰਿਹਾ ਕਿ ਸਾਡਾ ਸਾਥ ਵੀ ਚਾਹੀਦਾ ਹੈ ਤੇ ਸਾਨੂੰ ਅੱਖਾਂ ਵੀ ਦਿਖਾ ਰਹੇ ਨੇ। ਸਾਥ ਤਾਂ ਕਾਂਗਰਸ ਚੁੱਪੀ ਰਹਿ ਕੇ ਕੇਂਦਰ ਦੇ ਵਿੱਚ ਬੈਠੀ ਮੋਦੀ ਸਰਕਾਰ, ਭਾਜਪਾ ਸਰਕਾਰ ਦਾ ਦੇ ਰਹੀ ਹੈ। ਤੁਸੀਂ ਦੱਸੋ ਅਸੀਂ ਕਿਹਦੀ ਗੱਲ ਕਰ ਰਹੇ ਹਾਂ? ਦੇਸ਼ ਦੇ ਲੋਕਤੰਤਰ ਦੀ ਗੱਲ ਕਰ ਰਹੇ ਹਾਂ। ਅੱਜ ਦਿੱਲੀ ਵਿੱਚ ਜੋ ਲੋਕਾਂ ਦੇ ਨਾਲ ਹੋਇਆ, ਦੂਸਰੀ ਸੂਬੇ ਵਿੱਚ ਵੀ ਹੋਰ ਪਾਰਟੀਆਂ ਦੇ ਨਾਲ ਹੋ ਚੁੱਕਾ ਹੈ ਔਰ ਹੋ ਰਿਹਾ ਹੈ। ਔਰ ਇਹ ਨਹੀਂ ਹੋ ਰਿਹਾ। ਕਾਲੇ ਆਰਡੀਨੈਂਸ ਦਾ ਉਦੇਸ਼ ਨਾ ਸਿਰਫ ਦਿੱਲੀ ਵਿੱਚ ਬੈਠੀ ਹੋਈ ਚੁਣੀ ਹੋਈ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਹੈ, ਬਲਕਿ ਹੋਰ ਵੀ ਪਾਰਟੀਆਂ ਕਿਉਂ ਨਹੀਂ ਜਾ ਰਹੇ ਤਾਂ ਦੱਸ ਦਿਓ। ਗੱਲ ਹੈ, ਸੁਣ ਲਓ, ਸੱਚ ਸੁਣ ਲਓ। ਖੜਿਆਲ ਸਾਹਿਬ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਮੈਂ ਤਾਂ ਪੁੱਛ ਰਿਹਾ ਕੋਰਟ ਕਿਉਂ ਨਹੀਂ ਕਰ ਰਿਹਾ? ਇੱਕ ਵਾਰੀ ਕੰਪਲੀਟ ਕਰ ਲੈਣ ਤੁਸੀਂ, ਬਹੁਤ ਤਫਸੀਲ ਨਾਲ ਖੜਿਆਲ ਸਾਹਿਬ ਗੱਲ ਰੱਖੋ। ਤੁਹਾਡੇ ਰਾਹੁਲ ਗਾਂਧੀ ਸਾਹਿਬ ਨੇ ਸਵਾਲ ਦਿੱਤਾ, ਤੁਹਾਡਾ ਕੀ ਉੱਤੇ ਸਟੈਂਡ ਹੈ? ਕਾਂਗਰਸ ਦੇ ਦੋਹਰੇ ਮਾਪਦੰਡ ਕਿਉਂ ਨੇ? ਤੁਸੀਂ ਕਿਆ ਭਾਜਪਾ ਦੇ ਨਾਲ ਹੋ? ਸਟੈਂਡ ਸਪਸ਼ਟ ਕਰੋ। ਲੋਕ ਸੁਣ ਰਹੇ ਨੇ, ਦੇਸ਼ ਦੀ ਜਨਤਾ ਸੁਣ ਰਹੀ ਹੈ, ਪੰਜਾਬ ਦੇ ਲੋਕ ਸੁਣ ਰਹੇ ਨੇ, ਆਪਣਾ ਸਟੈਂਡ ਸਪਸ਼ਟ ਕਰੋ। ਦੂਸਰੀ ਗੱਲ ਕਰ ਲੈਣ ਦਿਓ, ਮੈਨੂੰ ਉਮੀਦ ਹੈ ਕਿ ਉਸ ਦੇ ਉੱਪਰ ਜਵਾਬ ਜ਼ਰੂਰ ਦੇ ਦੇਣਗੇ ਕਿ ਕੋਰਟ ਕਿਉਂ ਨਹੀਂ ਗਏ। ਜਿਹੜਾ ਸੈਸ਼ਨ ਆ ਰਿਹਾ ਜਿਹਦੇ ਵਿੱਚ 15 ਦਲ ਇਕੱਠੇ ਹੋਏ, ਉਹਦੇ ਵਿੱਚ 12 ਦਲਾਂ ਦੀ ਨੁਮਾਇੰਦਗੀ ਹੈ ਉਸ ਰਾਜ ਸਭਾ ਦੇ, ਉਹਨਾਂ ਕੋਲ ਮੈਂਬਰ ਨੇ, ਜਿਹਦੇ ਵਿੱਚ 11 ਦਲ ਸਮਰਥਨ ਕਰਦੇ ਨੇ ਕਿ ਇਹ ਕਾਲੇ ਆਰਡੀਨੈਂਸ ਦਾ, ਕਿ ਹਾਂ ਇਹ ਕਾਲੇ ਆਰਡੀਨੈਂਸ ਲੈ ਕੇ ਆਈ ਹੈ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ। ਔਰ ਕਾਂਗਰਸ ਚੁੱਪੀ ਸਾਧ ਬੈਠੀ ਹੈ। ਇਹਨਾਂ ਦਾ ਮੌਨ ਵਰਤ ਕਦ ਟੁੱਟੇਗਾ? ਇੱਕ ਪਾਸੇ ਕਹਿੰਦੇ ਨੇ ਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਲੋਕ ਹਿੱਤ ਵਿੱਚ ਤਾਂ ਨਹੀਂ ਹੈ, ਇਹ ਇੱਕ ਲੋਕਤੰਤਰ ਦਾ ਕਤਲ ਕਰ ਰਹੀ ਹੈ, ਦੂਸਰੇ ਪਾਸੇ ਦਾ ਸਮਰਥਨ ਕਰਦੇ ਨੇ, ਚੁੱਪ ਰਹਿ ਗਏ। ਕੀ ਪਤਾ ਚੱਲ ਰਿਹਾ? 21 ਸਿੱਕੂ ਦੇ ਦੋ ਜਵਾਬ ਦੇ ਦਿਓ। ਹੁਣ ਤੁਸੀਂ ਇੱਕ ਥੋੜੇ ਕਨਕਲੂਡ ਕਰ ਦਿਓ, ਆਪਾਂ ਅੱਗੇ ਵਧੀਏ, ਬਾਕੀ ਮਹਿਮਾਨਾਂ ਦਾ ਰੁਖ ਕਰਾਂ। ਤਮਨ ਸਾਹਿਬ ਇਹ ਦੱਸ ਦਿਓ, ਕਾਂਗਰਸ ਵੀ ਜਾਣਨਾ ਚਾਹੁੰਦੀ ਹੈ ਕਿ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਕੋਰਟ ਵਾਲਾ ਆਪਸ਼ਨ ਵੀ ਤੁਹਾਡੇ ਕੋਲ ਆਲਰੇਡੀ ਹੈ ਜਿਸ ਨੂੰ ਤੁਸੀਂ ਐਕਸਪਲੋਰ ਕਰ ਸਕਦੇ ਹੋ? ਦੇਖੋ ਇਹ ਪਾਰਟੀ ਦਾ ਫੈਸਲਾ ਹੈ, ਔਰ ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ, ਕਾਂਗਰਸ ਆਪਣਾ ਫੈਸਲਾ ਕਰੇ ਕਿ ਉਹ ਦਿੱਲੀ ਦੇ ਲੋਕਾਂ ਦੇ ਨਾਲ ਹੈ, ਦੇਸ਼ ਦੇ ਲੋਕਾਂ ਦੇ ਨਾਲ ਹੈ, ਕਿਉਂ ਨਹੀਂ ਜਾ ਰਹੀ?
ਚਲੋ ਆਪਾਂ ਇੱਕ ਵਾਰੀ ਸਭ ਦਾ ਰਿਐਕਸ਼ਨ ਲੈ ਲਈਏ, ਸਭ ਦਾ ਰਿਐਕਸ਼ਨ ਲੈ ਲਈਏ। 10 ਸੈਕਿੰਡ ਦੋਗੇ ਸਿਰਫ 10 ਸੈਕਿੰਡ। ਮੈਂ ਉਹੀ ਕਹਿ ਰਿਹਾ ਕਿ ਇੱਕ ਵਾਰੀ ਕਾਰਨੀ ਔਰ ਸਰੀਨ ਸਾਹਿਬ ਵੇਟ ਕਰ ਰਹੇ ਮੈਂ ਕਾਂਗਰਸ ਦੇ ਬਾਰੇ ਸਪਸ਼ਟ ਹੋਗੀ ਕਿ ਕਾਂਗਰਸ ਸੁਣ ਲਓ, ਕਾਂਗਰਸ ਦਾ ਸਮਰਥਨ ਦਾ ਮੰਗ ਰਹੇ ਹੈ, ਲੇਕਿਨ ਜੇ ਕਾਂਗਰਸ ਬੋਲੇ ਕੋਰਟ ਕਿਉਂ ਨਹੀਂ ਜਾ ਰਹੇ, ਗੱਲਾਂ ਕਰ ਰਹੇ ਨੇ ਪਾਰਟੀ ਦਾ ਫੈਸਲਾ। ਅੱਛਾ ਚਲੋ ਇਹ ਪਾਰਟੀ ਦੇ ਪ੍ਰਵਕਤਾ ਤਾਂ ਤੁਸੀਂ ਹੋ। ਨਹੀਂ, ਖੜਿਆਲ ਸਾਹਿਬ ਕੋਰਟ ਚਲੇ ਗਏ, ਜੇ ਆਮ ਆਦਮੀ ਪਾਰਟੀ ਕੋਰਟ ਚਲੀ ਗਈ ਤਾਂ ਫਿਰ ਕਾਂਗਰਸ ਸਮਰਥਨ ਦੇ ਦੇਗੀ ਜਾਂ ਕਾਂਗਰਸ ਵੇਟ ਕਰ ਰਹੀ ਹੈ? ਮੈਂ ਕਹਿੰਦਾ ਜੇ ਕੋਰਟ ਚਲੇ ਗਏ, ਮੈਟਰ ਸਬ ਜੁਡਿਸ ਹੋ ਗਿਆ, ਫਿਰ ਤਾਂ ਜ਼ਰੂਰਤ ਕਾਸੇ ਚੀਜ਼ ਦੀ ਨਹੀਂ ਪੈਣੀ। ਕੋਰਟ ਜਾ ਨਹੀਂ ਰਹੇ, ਸਵਾਲ ਤਾਂ ਉਹ ਹੈ। ਦੂਜੀ ਗੱਲ ਜਦੋਂ ਪੁੱਛਿਆ ਗਿਆ ਤੁਸੀਂ ਸਮਰਥਨ ਕਰ ਦਿਓ ਨਾ, ਜੇ ਤੁਹਾਨੂੰ ਲੱਗਦਾ ਕਿ ਕੋਈ ਤੇਰੀ ਭੁੱਖ ਹੋ ਰਹੀ ਹੈ, ਸਮਰਥਨ ਕਰ ਦਿਓ। ਰਾਜ ਸਭਾ ਦੇ ਵਿੱਚ ਪਾਸ ਨਾ ਹੋਇਆ ਤਾਂ ਨਹੀਂ ਹੋਏਗਾ ਕੰਮ। ਕੋਈ ਰਸਤਾ ਨਹੀਂ ਹੈਗਾ। ਸਮਰਥਨ ਤੇ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਟੈਂਡ ਹੈ, ਇਹਨਾਂ ਦਾ ਕਹਿਣਾ ਵੀ ਕਾਂਗਰਸ ਨੇ ਸਟੈਂਡ ਸਪਸ਼ਟ ਕਿਉਂ ਨਹੀਂ ਕੀਤਾ। ਚਲੋ ਤੁਹਾਡੇ ਪਿੱਚ ਤੇ ਖੇਡਦੇ ਆ, ਤੁਹਾਡੇ ਤਰਕ ਨਾਲ ਚੱਲਦੇ ਆ। ਆਰਡੀਐਫ ਦਾ ਇਸ਼ੂ ਹੈ ਨਾ ਪੰਜਾਬ ਦਾ, ਬੀਬੀਐਮਬੀ ਦਾ ਨਾ, ਦਿੱਲੀ ਵਿਧਾਨ ਸਭਾ ਦਾ ਸੈਸ਼ਨ ਬੁਲਾਓ, ਮਤਾ ਪਾਸ ਕਰੋ ਉੱਥੇ ਇਹਦੇ ਖਿਲਾਫ, ਤੇ ਫੇਰ ਜੇ ਸਾਡੀ ਲੜਾਈ ਨੂੰ ਆਪਦੀ ਬਣਾਓਗੇ, ਤੁਹਾਡੀ ਲੜਾਈ ਨੂੰ ਵੀ ਆਪਦੀ ਬਣਾਵਾਂਗੇ। ਚਲੋ ਇੱਕ ਵਾਰੀ ਵੇਟ ਕਰੋ, ਆਪਾਂ ਹੋਰ ਪਾਸੇ ਨਾ ਲੱਗ ਨਹੀਂ ਚੱਲੂਗਾ। ਪੁਆਇੰਟ ਦੇ ਉੱਤੇ ਰਹਿਣਾ। ਤਮਨ ਸਾਹਿਬ ਥੋੜਾ ਜਿਹਾ ਵੇਟ ਕਰਿਓ, ਤਮਨ ਸਾਹਿਬ ਥੋੜਾ ਜਿਹਾ ਵੇਟ ਕਰਿਓ ਪਲੀਜ਼। ਤੁਹਾਡੀ ਗੱਲ ਵੀ ਪਹੁੰਚ ਰਹੀ ਹੈ, ਖੜਿਆਲ ਸਾਹਿਬ ਦੀ ਵੀ ਪਹੁੰਚੀ ਹੈ। ਮੈਂ ਸਰੀਨ ਸਾਹਿਬ ਔਰ ਧਾਰਨੀ ਦਾ ਰੁਖ ਕਰ ਲਵਾਂ। ਪਹਿਲਾਂ ਸਰੀਨ ਸਾਹਿਬ ਦਾ। ਸਰੀਨ ਸਾਹਿਬ, ਇੱਕ ਪੂਰਾ ਮੋਰਚਾ ਤੁਹਾਡੇ ਖਿਲਾਫ, ਬੀਜੇਪੀ ਦੇ ਖਿਲਾਫ ਤਾਂ ਖੁੱਲ ਗਿਆ, ਬਣ ਗਿਆ ਤੇ ਪੂਰੀ ਟੀਮ ਤਿਆਰ ਹੋ ਚੁੱਕੀ ਹੈ। 15 ਪਲੇਅਰ ਉਸ ਦੇ ਵਿੱਚ ਨਜ਼ਰ ਆ ਰਹੇ ਨੇ, ਹਾਲਾਂਕਿ ਆਰਡੀਨੈਂਸ ਵਾਲਾ ਅੜਿੱਕਾ ਵੀ ਹੈ। ਗੌਰਵ ਜੀ, ਜੋ ਤੁਸੀਂ ਕਹਿ ਰਹੇ ਹੋ ਕਿ ਉਹ ਗੱਠਜੋੜ ਬਣ ਗਿਆ, ਆ ਤੁਹਾਡੇ ਸਾਹਮਣੇ ਜੋ ਹੋ ਰਿਹਾ ਹੈ, ਉਹਦੇ ਬਾਅਦ ਵੀ ਤੁਸੀਂ ਕਹਿੰਦੇ ਹੋ ਗੱਠਜੋੜ ਬਣ ਗਿਆ। ਵੀ ਤੁਸੀਂ ਪੰਜਾਬ ਨੂੰ ਲੈ ਕੇ ਬਹੁਤ ਖੁਸ਼ ਹੋ। 13 ਸੀਟਾਂ ਨੇ ਸਰ ਪੰਜਾਬ ਚ, ਯੂਪੀ ਵਾਲੀਆਂ 80 ਸੀਟਾਂ, ਬਿਹਾਰ ਵਾਲੀਆਂ ਸੀਟਾਂ, ਉੱਥੇ ਤਾਂ ਸਭ ਤਿਆਰੀ ਹੈ। ਉਹ ਇੱਕ ਮਿੰਟ ਹੌਸਲਾ ਕਰੋ। ਮੈਨੂੰ ਇੱਕ ਚੀਜ਼ ਦੱਸੋ, ਆ ਦੋਨੋਂ ਭਰਾਵਾਂ ਦੀ ਆਪਾਂ ਗੱਲਬਾਤ ਸੁਣ ਰਹੇ ਆ, ਇਹਨੂੰ ਤੁਸੀਂ ਗੱਠਜੋੜ ਕਹੋਗੇ? ਕਿਹੜੇ ਗੱਠਜੋੜ? ਇਹ ਤੇ ਸਰਵਾਈਵਲ ਦੀ ਲੜਾਈ ਲੜਦੇ ਪਏ ਹੈ, ਕਿਉਂਕਿ ਇਹਨਾਂ ਨੂੰ ਪਤਾ ਕਿ ਅਸੀਂ ਇਕੱਲੇ ਜਿਹੜਾ ਹੈਗਾ ਵਾ ਮੁਕਾਬਲਾ ਨਹੀਂ ਕਰ ਸਕਦੇ, ਭਾਰਤੀ ਜਨਤਾ ਪਾਰਟੀ ਦਾ, ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਥੋੜੇ ਕਰਕੇ ਜਿਹੜਾ ਹੈਗਾ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੀ, ਕਿੰਨੀਆਂ ਵੱਡੀਆਂ ਕੰਟਰਡਿਕਸ਼ਨਸ ਹੈਗੀਆਂ ਨੇ। ਮੈਨੂੰ ਇੱਕ ਚੀਜ਼ ਦੱਸੋ, ਪਹਿਲੀ ਕੰਟਰਡਿਕਸ਼ਨ ਪੰਜਾਬ ਦੀ ਤੁਹਾਡੇ ਸਾਹਮਣੇ ਆ ਗਈ, ਕਿਸ ਤਰੀਕੇ ਨਾਲ ਤੂੰ ਮੈਂ ਹੋ ਰਹੀ ਹੈ। ਕਿਆ ਇਹ ਗੱਠਜੋੜ ਦੀ ਸ਼ੁਰੂਆਤ ਹੁੰਦੀ ਹੈ? ਦੂਸਰੀ ਚੀਜ਼, ਇਹ ਉਹੀ ਅਰਵਿੰਦ ਕੇਜਰੀਵਾਲ ਹੈ। ਤੁਸੀਂ ਵੀ, ਤੁਹਾਡੇ ਚੈਨਲ ਤੇ ਵੀ ਮੈਂ ਸੁਣੀ ਸੀ ਉਸ ਵੇਲੇ ਗੱਲ, ਜੀ, ਜਦੋਂ ਇਹਨਾਂ ਨੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿयंका ਗਾਂਧੀ ਵਾਸਤੇ ਔਰ ਵਾਡਰਾ ਵਾਸਤੇ ਕੀ ਸ਼ਬਦ ਇਸਤੇਮਾਲ ਕੀਤੇ ਸੀ, ਸ਼ੀਲਾ ਦੀਕਸ਼ਿਤ ਵਾਸਤੇ ਕੀ ਸ਼ਬਦ ਇਸਤੇਮਾਲ ਕੀਤੇ ਸੀ, ਸ਼ਰਦ ਪਵਾਰ ਵਾਸਤੇ ਕੀ ਇਸਤੇਮਾਲ ਕੀਤਾ ਸੀ, ਸੁਪ੍ਰਿਆ ਸੁਲੇ ਵਾਸਤੇ ਕੀ ਇਸਤੇਮਾਲ ਕੀਤੇ ਸੀਗੇ, ਚੋਰ ਡਾਕੂ। ਅਖਿਲੇਸ਼ ਯਾਦਵ ਵਾਸਤੇ ਕੀ ਕੀਤਾ ਸੀਗਾ, ਤੇਜਸਵੀ ਯਾਦਵ, ਲਾਲੂ ਯਾਦਵ ਵਾਸਤੇ ਕਿਹੜੇ ਸ਼ਬਦ ਇਸਤੇਮਾਲ ਕੀਤੇ ਸਨ, ਮਮਤਾ ਬਨਰਜੀ ਵਾਸਤੇ ਕੀ ਇਸਤੇਮਾਲ ਕੀਤਾ ਸੀਗਾ, ਸਟਾਲਿਨ ਵਾਸਤੇ ਕੀ ਕੀਤਾ ਸੀਗਾ, ਚੰਦਰਸ਼ੇਖਰ ਰਾਓ ਵਾਸਤੇ ਕੀ ਕੀਤਾ ਸੀਗਾ, ਮਹਿਬੂਬਾ ਮੁਫਤੀ ਵਾਸਤੇ ਕੀ ਕੀਤਾ ਸੀ, ਔਰ ਫਾਰੂਕ ਅਬਦੁੱਲਾ ਫੈਮਿਲੀ ਵਾਸਤੇ ਕੀ ਕੀਤਾ ਸੀ। ਠੀਕ ਹੈ, ਉਹ ਸਾਰੀਆਂ ਸਟੇਟਮੈਂਟ ਹੁੰਦੀਆਂ ਨੇ ਸਰੀਨ ਸਾਹਿਬ, ਤੁਸੀਂ ਉਹ ਬਹੁਤ ਬਖੂਬੀ ਸਮਝਦੇ ਹੋ। ਉਹ ਸਭੀਆਂ ਸਟੇਟਮੈਂਟਸ ਹੁੰਦੀਆਂ ਨੇ, ਬੀਜੇਪੀ ਦੇ ਬਹੁਤ ਸਾਰੇ ਲੀਡਰਾਂ ਦੀਆਂ ਸਟੇਟਮੈਂਟ ਨੇ ਜਿਨ੍ਹਾਂ ਦੇ ਨਾਲ ਬਾਅਦ ਵਿੱਚ ਗੜਜੋੜ ਹੋ ਗਿਆ, ਉਹ ਤੁਸੀਂ ਵੀ ਸਮਝਦੇ ਹੋ। ਇਹ ਤਾਂ ਸਿਆਸਤ ਹੈ, ਤਾਂ ਲੋਕ ਵੀ ਸਮਝਣ ਲੱਗ ਗਏ ਕਿ ਜਿਨ੍ਹਾਂ ਦੇ ਖਿਲਾਫ ਅੱਜ ਬਹੁਤ ਤਿੱਖੀਆਂ ਟਿੱਪਣੀਆਂ ਹੋ ਰਹੀਆਂ, ਇਹ ਕੱਲ ਨੂੰ ਜਾ ਕੇ ਇਕੱਠੇ ਹੋ ਜਾਣ, ਕੁਝ ਨਹੀਂ ਪਤਾ। ਇਹ ਲੋਕ ਵੀ ਸਮਝਦੇ ਨੇ। ਹੁਣ ਸੁਣ ਲਓ ਗੱਲ ਨੂੰ ਮੇਰੀ। ਆਮ ਆਦਮੀ ਪਾਰਟੀ ਕਿਸ ਇਸ਼ੂ ਤੇ ਬਣੀ ਸੀਗੀ? ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਦੇ। ਅੱਜ ਜੋ ਸਾਰੇ ਭ੍ਰਿਸ਼ਟਾਚਾਰੀ ਜੀ ਇਹ ਕਹਿੰਦੇ ਸੀਗੇ, ਅੱਜ ਚਲੋ ਜੋ ਕਹਿਣਾ ਹੀ ਕਹਿਣਾ ਹੈ, ਜਿਹਨਾਂ ਨੂੰ ਇਹ ਭ੍ਰਿਸ਼ਟਾਚਾਰੀ ਕਹਿੰਦੇ ਸੀਗੇ ਕਿ ਦੇਸ਼ ਨੂੰ ਲੁੱਟ ਕੇ ਖਾ ਗਏ, ਅੱਜ ਉਹਨਾਂ ਦੀ ਝੋਲੀ 'ਚ ਆ ਕੇ ਬੈਠੇ ਨੇ। ਕਿਆ ਇਹ ਕਰੈਕਟਰ ਆਮ ਆਦਮੀ ਪਾਰਟੀ ਦਾ, ਅਰਵਿੰਦ ਕੇਜਰੀਵਾਲ ਦਾ? ਅੱਜ ਦੇਸ਼ ਪੁੱਛਣਾ ਚਾਹੁੰਦਾ ਇਹਨਾਂ ਨੂੰ। ਅੱਜ ਦੁੱਧ ਧੁਲੇ ਹੋ ਗਏ, ਉਹਨਾਂ ਨਾਲ ਜਾ ਕੇ ਤੁਸੀਂ ਜੱਫੀਆਂ ਪਾ ਰਹੇ ਹੋ, ਮਿੰਨਤਾਂ ਤਰਲੇ ਕਰ ਰਹੇ ਹੋ ਉਹਨਾਂ ਦੇ। ਦੂਸਰੀ ਚੀਜ਼, ਇਹ ਗੱਠਜੋੜ ਜਿਹੜਾ ਤੁਸੀਂ ਗੱਲ ਕਰਦੇ ਹੋ, ਗੌਰਵ ਜੀ ਮੈਨੂੰ ਇੱਕ ਚੀਜ਼ ਦੱਸੋ, ਅੱਜ ਦੀ ਬੈਠਕ 'ਚ ਬੰਗਾਲ, ਪਹਿਲਾਂ ਆਪਾਂ ਸਟੇਟ ਵਾਈਜ਼ ਲੈ ਲੈਣਾ, ਮੈਂ 2 ਮਿੰਟ ਦੇ ਦੇਣਾ ਮੈਨੂੰ ਗੱਲ ਕਰਨ ਦੇ। ਬੰਗਾਲ ਜੀ, ਉੱਥੇ ਟੀਐਮਸੀ ਵੀ ਬੈਠੀ ਸੀ, ਕਾਂਗਰਸ ਵੀ ਬੈਠੀ ਸੀ, ਕਮਿਊਨਿਸਟ ਵੀ ਬੈਠੇ ਸਨ। ਕਿਆ ਬੰਗਾਲ ਦੇ ਵਿੱਚ ਇਹਨਾਂ ਤਿੰਨਾਂ ਦਾ ਗੱਠਜੋੜ ਹੋ ਸਕਦਾ? ਹੋ ਗਿਆ ਸਰ, ਹੋ ਗਿਆ। ਹੋ ਗਿਆ। ਨਿਤਿਸ਼ ਕੁਮਾਰ ਜੀ ਨੇ ਸ਼ੁਰੂਆਤ ਇੱਥੋਂ ਕੀਤੀ, ਕਹਿੰਦੇ ਇਕੱਠੇ ਚੋਣ ਲੜਨ ਦੇ ਸਹਿਮਤੀ ਬਣ ਗਈ। ਉਹ ਗੌਰਵ ਜੀ ਕੀ ਗੱਲਾਂ ਕਰਦੇ ਪਏ ਹੋ? ਉਹ ਬੋਲੇ ਨੇ, ਮੈਂ ਤਾਂ ਉਹਦਾ ਬਿਆਨ ਦੱਸ ਰਿਹਾ, ਨਿਤਿਸ਼ ਕੁਮਾਰ ਜੀ ਦਾ ਬਿਆਨ ਹੈ। ਵਿੱਚ ਦੇਖੋ ਗੌਰਵ ਜੀ, ਜਾਂ ਤੇ ਤੁਸੀਂ ਬੋਲ ਲਓ ਜਾਂ ਮੈਂ ਬੋਲਾਂ। ਮੈਨੂੰ ਗੱਲ ਕੰਪਲੀਟ ਕਰ ਲਓ, ਮੈਂ ਵਿਚਾਰੇ ਤੁਸੀਂ ਕੰਪਲੀਟ ਕਰ ਲਓ ਤੁਸੀਂ ਮੇਰੀ ਗੱਲ ਕੰਪਲੀਟ ਕਰ ਦਿਓ। ਦਿਸ ਇਜ਼ ਨਾਟ ਦ ਵੇ। ਜੰਮੂ ਕਸ਼ਮੀਰ 'ਚ ਪੀਡੀਪੀ ਔਰ ਨੈਸ਼ਨਲ ਕਾਨਫਰੰਸ ਇੱਕ ਪਲੇਟਫਾਰਮ ਤੇ ਹੋ ਸਕਦੇ ਨੇ। यूपी अखिलेश और कांग्रेस एक प्लेटफॉर्म ते हो सकते हैं। केरला कम्युनिस्ट और कांग्रेस एक प्लेटफॉर्म ते हो सकते हैं। दिल्ली आम आदमी पार्टी और कांग्रेस एक प्लेटफॉर्म ते हो सकते हैं। पंजाब
क्या आम आदमी पार्टी और कांग्रेस एक प्लेटफॉर्म ਤੇ ਹੋ ਸਕਦੇ ਨੇ? ਆਪਾਂ ਹੁਣੇ ਤਮਾਸ਼ਾ ਦੇਖ ਰਹੇ ਹਾਂ। हरियाणा आप और कांग्रेस एक प्लेटफॉर्म ਤੇ ਹੋ ਸਕਦੇ ਨੇ। ओडिशा च बीजेडी और कांग्रेस एक प्लेटफॉर्म ਤੇ ਹੋ ਸਕਦੇ ਨੇ। आंध्रा टीआरएस और कांग्रेस एक प्लेटफॉर्म ਤੇ ਹੋ ਸਕਦੇ ਨੇ। तेलंगाना बीआरएस और कांग्रेस एक प्लेटफॉर्म ਤੇ ਇੰਨੀਆਂ ਸਟੇਟਾਂ ਹੋਰ ਕੋਗੇ ਤੇ ਮੈਂ ਹੋਰ ਵੀ ਗਿਣਾ ਦੇਗਾ। ਤੇ ਕਿਹੜੇ ਗੱਠਜੋੜ ਦੀ ਗੱਲ ਕਰਦੇ ਪਏ ਹੋ? ਠੀਕ ਹੈ, ਚਲੋ ਜੇ ਗੱਠਜੋੜ ਦੀ ਆਪਾਂ ਗੱਲ ਕਰੀਏ, ਕੰਪਲੀਟ ਕਰ ਲਓ। ਧਾਰਨੀ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਕੋਈ ਗੱਲ ਨਹੀਂ ਸਰ, ਕੋਈ ਗੱਲ ਨਹੀਂ। ਤੇ ਜਿੱਥੇ ਐਡੀਆਂ ਕੰਟਰਡਿਕਸ਼ਨਸ ਹੋਣ ਉੱਥੇ ਕਿਸੇ ਤਰ੍ਹਾਂ ਦਾ ਪੋਲੀਟੀਕਲ ਗੱਠਜੋੜ ਹੋ ਹੀ ਨਹੀਂ ਸਕਦਾ। ਇਹ ਸਿਰਫ ਗੱਲੀ ਬਾਤੀ ਹੋ ਸਕਦਾ, ਪ੍ਰੈਕਟੀਕਲੀ ਨਹੀਂ ਹੋ ਸਕਦਾ। ਔਰ ਇਹ ਸਿਰਫ ਜਿਹੜਾ ਹੈਗਾ ਵਾ 2024 ਦਾ ਡਰ ਸਤਾਉਂਦਾ ਪਿਆ ਇਹਨਾਂ ਨੂੰ ਕਿ ਕਿਸੇ ਤਰੀਕੇ ਨਾਲ ਬੁਰੀ ਤਰੀਕੇ ਅਸੀਂ ਹਾਰਨ ਵਾਲੇ ਆ। ਸਾਰੇ ਭ੍ਰਿਸ਼ਟਾਚਾਰੀ ਇਕੱਠੇ ਹੋਏ, ਚੋਰ ਮੁਸੇਰੇ ਭਾਈ। ਸੋ ਉਹੀ ਹੈਗਾ, ਨਥਿੰਗ ਮੋਰ। ਇਹਦੇ ਚ ਭਾਰਤੀ ਜਨਤਾ ਪਾਰਟੀ ਨੂੰ ਨਾ ਕਿਸੇ ਤਰ੍ਹਾਂ ਦੀ ਚਿੰਤਾ, ਗੱਠਜੋੜ ਕਰਦੇ ਨੇ ਜੀ ਸਦਕੇ ਕਰਨ, ਐਕਸਪੋਜ਼ ਹੋਣਗੇ ਲੋਕਾਂ ਸਾਹਮਣੇ। ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲੇ, ਇੱਕ ਦੂਜੇ ਨੂੰ ਭ੍ਰਿਸ਼ਟਾਚਾਰੀ ਕਹਿਣ ਵਾਲੇ। ਅੱਜ ਖਾਸ ਕਰਕੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਕਹਿੰਦੇ ਨੇ ਦੱਬ ਕੇ ਗਾਲਾਂ ਕੱਢੀਆਂ ਸੀ, ਇਹਨਾਂ ਨੂੰ ਭ੍ਰਿਸ਼ਟਾਚਾਰੀ ਕਿਹਾ ਸੀ। ਠੀਕ ਹੈ, ਥੋੜਾ ਵੇਟ ਕਰੋ। ਤੁਹਾਡੀ ਗੱਲ ਆ ਗਈ, ਕਾਂਗਰਸ ਨੂੰ ਗੱਲ ਜਾਂਦੀ ਹੈ, ਇਹ ਵੀ ਦੇਖਣ ਵਾਲਾ। ਨਹੀਂ ਸਰੀਨ ਸਾਹਿਬ, ਤੁਹਾਡੀ ਗੱਲ ਆ ਗਈ, ਪਰ ਪੁਆਇੰਟ ਦੇਖੋ ਪਤਾ ਕੀ ਹੈ ਕਿ ਪੋਸਿਬਿਲਿਟੀ ਤੁਸੀਂ ਖੁਦ ਜਾਣਦੇ ਹੋ ਕਿ ਸਿਆਸਤ ਦੇ ਵਿੱਚ ਹਰ ਚੀਜ਼ ਦੀ ਹੁੰਦੀ ਹੈ। ਲੋਕ ਇਹ ਹੁਣ ਬੈਠ ਕੇ ਵੀ ਗੱਲ ਕਰ ਰਹੇ ਹੋਣਗੇ ਕਿ ਬੀਜੇਪੀ ਪੀਡੀਪੀ ਇਕੱਠੀ ਹੋ ਸਕਦੀ ਹੈ ਤਾਂ ਫਿਰ ਕੁਝ ਵੀ ਹੋ ਸਕਦਾ ਹੈ। ਇਹ ਗੱਲਾਂ ਹੁੰਦੀਆਂ ਰਹੀਆਂ ਨੇ ਪਿਛਲੇ ਟਾਈਮ ਦੇ ਵਿੱਚ। ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਇਕੱਠੇ ਹੋ ਕੇ ਸਰਕਾਰ ਬਣਾ ਸਕਦੇ ਨੇ ਤਾਂ ਦੁਬਾਰਾ ਵੀ ਹੋ ਸਕਦਾ ਹੈ। ਕਾਂਗਰਸ ਕਿਸੇ ਹੋਰ ਅਲਾਈਅੰਸ ਦੇ ਵਿੱਚ ਚਲੀ ਜਾਵੇ, ਕਿਸੇ ਸਟੇਟ ਦੇ ਵਿੱਚ ਮਹਾਗਠਜੋੜ ਦੇ ਵਿੱਚ ਖੜੀ ਹੋਈ ਨਜ਼ਰ ਆਈ ਹੈ, ਤਾਂ ਪੋਸਿਬਿਲਿਟੀ ਕਿਉਂ ਨਹੀਂ ਹੈ? ਤੁਹਾਨੂੰ ਲੱਗ ਰਹੀ ਹੈ ਕਿ ਨਹੀਂ ਹੈ, ਪਰ ਹੋ ਸਕਦਾ ਕਿ ਹੋ ਜਾਵੇ। ਜਵਾਬ ਸੁਣ ਲਓ। ਮੈਂ ਤੁਸੀਂ ਥੋੜੇ ਵੇਟ ਕਰੋ, ਮੈਂ ਇੱਕ ਵਾਰ ਧਾਰਨੀ ਸਾਹਿਬ ਦਾ ਰੁਕ ਕਰਾਂ। ਤੁਸੀਂ ਤੁਹਾਡੇ ਤੋਂ ਜਵਾਬ ਲਵਾਂਗਾ ਸਰ, ਅੱਗੇ ਵੀ ਸਵਾਲ ਹੈਗੇ ਨੇ, ਹੁਣ ਉੱਥੇ ਆ ਕੇ ਜਵਾਬ ਲਓ। ਠੀਕ ਹੈ, ਤੁਸੀਂ 10 ਸੈਕਿੰਡ 'ਚ ਜਵਾਬ ਦੇ ਲਓ। ਇਹ ਜਿਹੜਾ ਹੈਗਾ ਵਾ, ਇਹ ਪ੍ਰੀ-ਪੋਲ ਅਲਾਈਅੰਸ ਦੀ ਗੱਲ ਕਰਦੇ ਪਏ ਹੋ। ਉਹ ਜਿਹੜੇ ਗੱਠਜੋੜ ਹੁੰਦੇ ਨੇ ਪੋਸਟ ਪੋਲ ਅਲਾਈਅੰਸ ਦੇ ਹੁੰਦੇ ਨੇ। ਠੀਕ ਹੈ, ਇੱਥੇ ਪ੍ਰੀ-ਪੋਲ ਦੇ ਵਿੱਚ ਇਹਨਾਂ ਖਟਕੜ ਦਰਕਾ ਹੈਗਾ। ਤੁਸੀਂ ਕੀ ਸਮਝਦੇ ਕੀ ਮੈਟਰਲਾਈਜ਼ ਹੋ ਜਾਏਗਾ? ਤੁਹਾਨੂੰ ਇਹ ਫਰਕ ਨਜ਼ਰ ਆਉਂਦਾ ਕਿ ਇਲੈਕਸ਼ਨ ਤੋਂ ਪਹਿਲਾਂ ਨੇ, ਉਹ ਇਲੈਕਸ਼ਨ ਤੋਂ ਬਾਅਦ ਹੁੰਦੇ ਨੇ। ਥੋੜੀ ਵੇਟ ਕਰਿਓ ਪਲੀਜ਼। ਮੈਂ ਧਾਰਨੀ ਸਾਹਿਬ ਦਾ ਰੁਕ ਕਰਦਾ। ਧਾਰਨੀ ਸਾਹਿਬ ਦੇਖੋ, ਦੋ ਚੀਜ਼ਾਂ ਇੱਥੇ ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰ ਰਿਹਾ। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਅਲਾਈਅੰਸ ਦੀਆਂ ਗੱਲਾਂ, ਤੇ ਦੂਜਾ ਪੁਆਇੰਟ ਇੱਥੇ ਬਹੁਤ ਇੰਟਰਸਟਿੰਗ ਜਿਹੜਾ ਚੱਲ ਰਿਹਾ। ਮੇਰੀ ਆਵਾਜ਼ ਆ ਰਹੀ ਹੈ ਧਾਰਨੀ ਸਾਹਿਬ? ਆ ਰਹੀ ਹੈ ਜੀ। ਠੀਕ ਹੈ, ਤੁਹਾਡੀ ਤਸਵੀਰ ਸਾਡੇ ਤੱਕ ਨਹੀਂ ਪਹੁੰਚ ਰਹੀ। ਸਕਾਈਪ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ ਧਾਰਨੀ ਜੀ, ਉਮੀਦ ਹੈ ਕਿ ਉਹ ਦਰੁਸਤ ਹੋ ਜਾਏਗੀ। ਧਾਰਨੀ ਸਾਹਿਬ, ਅਕਾਲੀ ਦਲ ਇਸ ਪਟਨਾ ਵਾਲੀ ਮੀਟਿੰਗ ਦੇ ਵਿੱਚ ਗਿਆ ਨਹੀਂ, ਜਾਂ ਫਿਰ ਸੱਦਿਆ ਨਹੀਂ, ਜਾਂ ਤੁਸੀਂ ਕਿਨਾਰਾ ਕੀਤਾ ਹੈ? ਆਖਿਰ ਸਥਿਤੀ ਅਕਾਲੀ ਦਲ ਕਲੀਅਰ ਕਰੇ ਕਿ ਪਟਨਾ ਵਾਲੀ ਮੀਟਿੰਗ ਦੇ ਵਿੱਚ ਕਿਉਂ? ਕਿਉਂਕਿ ਤੁਸੀਂ ਅੱਜ ਦੀ ਡੇਟ ਦੇ ਵਿੱਚ ਬੀਜੇਪੀ ਦੇ ਤਾਂ ਵਿਰੋਧੀ ਹੋ ਤੁਸੀਂ। ਦੇਖੋ ਆਪਣਾ ਗੌਰਵ, ਮੈਂ ਪਹਿਲੀ ਬੇਨਤੀ ਇਹ ਕਰ ਦਵਾਂ ਕਿ 26 ਮਿੰਟ ਤੁਸੀਂ ਇਹਨਾਂ ਤਿੰਨ ਪਾਰਟੀਆਂ ਦੇ ਚੁੱਕੇ ਹੈਗੇ ਆ। ਦੂਜੀ ਗੱਲ, ਇਹ ਜਿਹੜੀ ਹੈਗੀ ਆ ਨਾ, ਜਿਹੜੀ ਅੱਜ ਦੀ ਮੀਟਿੰਗ ਹੋਈ ਹੈ, ਉਹ ਐਵੇਂ ਹੀ ਹੈਗੀ ਆ ਜਿਵੇਂ ਕਿਸੇ ਡੱਡੂਆਂ ਦੀ ਪੰਸੇਰੀ ਤੋਲਣੀ ਹੋਵੇ। ਤੁਸੀਂ ਇੱਕ ਛਾਲ ਮਾਰ ਕੇ ਉਧਰ ਨੂੰ ਲੰਘ ਜਵੇ, ਇੱਕ ਉਧਰ ਨੂੰ ਲੰਘ ਜਵੇ, ਇਸ ਤਰ੍ਹਾਂ ਦੀ ਗੱਲ ਹੈਗੀ ਆ। ਤੀਜੀ ਗੱਲ, ਹੁਣ ਜਿਹੜਾ ਮੈਨੂੰ ਤੁਸੀਂ ਡਾਇਰੈਕਟ ਕੁਐਸਚਨ ਕੀਤਾ, ਬਾਕੀਆਂ ਦੇ ਮੈਂ ਜਵਾਬ ਬਾਅਦ ਚ ਦਿੰਦਾ ਇਹਨਾਂ ਦੇ। ਜੀ ਦੇਖੋ, ਸ਼੍ਰੋਮਣੀ ਅਕਾਲੀ ਦਲ ਜਿਸ ਪਲੇਟਫਾਰਮ ਦੇ ਉੱਤੇ ਕਾਂਗਰਸ ਬੈਠੀ ਹੈ, ਕਦੇ ਵੀ ਨਹੀਂ ਜਾ ਸਕਦੀ। ਸਾਨੂੰ ਸੱਦਣਾ ਜਾਂ ਨਾ ਸੱਦਣਾ ਦਾ ਤਾਂ ਕੋਈ ਅਗਲਾ ਸਵਾਲ ਹੀ ਨਹੀਂ ਰੇਜ਼ ਹੁੰਦਾ ਹੈਗਾ। ਇਹ ਸਾਡਾ ਬਿਲਕੁਲ ਕਲੀਅਰ ਹੈ, ਸਾਡਾ ਉਹ ਹੈਗਾ। ਦੂਜੀ ਗੱਲ, ਇਹਨਾਂ ਦੇ ਵਿਚਾਲੇ ਇੱਕ ਜਿਹੜਾ ਹੈਗਾ ਨਾ, ਤਿੰਨੇ ਪਾਰਟੀਆਂ ਜਿਹੜੀਆਂ ਹੈਗੀਆਂ, ਇਹ ਆਪਣਾ ਸਰੀਨ ਸਾਹਿਬ ਗੱਲ ਕਰ ਰਹੇ ਸੀ ਕਿ ਜੀ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਹੈਗਾ, ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ। ਦੇਖੋ, ਇਹ ਮੈਂ ਇੱਕ ਗੱਲ ਦੱਸ ਦਵਾਂ ਇਹਨਾਂ ਨੂੰ ਕਿ ਇਹਨਾਂ ਦੀ ਫਿਰ ਝੰਜਲਾਹਟ ਕੀ ਹੈ। ਅੱਜ ਬਾਰ-ਬਾਰ ਸਵੇਰ ਤੋਂ ਲੈ ਕੇ ਸਿਮਰਤੀ ਇਰਾਨੀ ਤੋਂ ਲੈ ਕੇ ਅਮਿਤ ਸ਼ਾਹ ਜੀ ਬਾਰ-ਬਾਰ ਚੈਨਲਾਂ ਤੇ ਆ ਕੇ ਰਿਐਕਸ਼ਨ ਕਿਉਂ ਦੇ ਰਹੇ ਹੈਗੇ ਆ? ਡਰ ਕੀ ਹੈਗਾ ਉਹਨਾਂ ਨੂੰ? ਔਰ ਰਹਿ ਗਈ ਅਗਲੀ ਗੱਲ, ਇਹਨਾਂ ਦੇਖੋ, ਜਿੱਥੋਂ ਤੱਕ ਤਾਂ ਕਾਂਗਰਸ ਦਾ ਔਰ ਬੀਜੇਪੀ ਦਾ ਆਮ ਆਦਮੀ ਪਾਰਟੀ ਦਾ ਸਵਾਲ ਹੈਗਾ, ਇਹਨਾਂ ਦੇ ਵਿਚਾਲੇ ਇੱਕੋ ਮੇਨ ਏਜੰਡਾ ਹੈਗਾ, ਉਹ ਹੈਗਾ ਆਰਡੀਨੈਂਸ ਤੇ ਵੋਟ ਦੇਣ ਵਾਲੀ ਗੱਲ। ਦੇਖੋ, ਜਿੱਥੋਂ ਤੱਕ ਕੇਜਰੀਵਾਲ ਸਾਹਿਬ ਦਾ ਗੱਲ ਹੈ, ਉਹਨਾਂ ਦੀ ਕੋਈ ਇਤਬਾਰ ਇਹ ਨਹੀਂ ਹੋ ਸਕਦਾ ਕਿ ਉਹ ਆਰਡੀਨੈਂਸ ਤੇ ਵੋਟ ਪਾ ਕੇ ਵੀ ਉਹ ਜਿਹੜਾ ਹੈਗਾ ਪਲਟ ਸਕਦੇ ਹੈਗੇ ਆ। ਰਹਿ ਗਈ ਕਾਂਗਰਸ ਦੀ ਗੱਲ। ਕਾਂਗਰਸ ਜਿਹੜੇ ਇਹ ਨਾ ਆਪਣੇ ਖੜਿਆਲ ਸਾਹਿਬ ਗੱਲ ਕਰ ਰਹੇ ਹੈਗੇ ਆ, ਖੜਿਆਲ ਸਾਹਿਬ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਬੀਜੇਪੀ ਦੀ ਅੱਜ ਸੈਂਟਰ ਦੇ ਲੈਵਲ ਦੇ ਉੱਤੇ, ਰਾਹੁਲ ਗਾਂਧੀ ਜੀ ਲੈਵਲ ਤੇ ਜਿਹੜਾ ਹੈਗਾ, ਕੋਈ ਬੁੱਕਤ ਵਾਲੀ ਗੱਲ ਨਹੀਂ। ਕਿਉਂਕਿ ਕਾਰਨ ਇਹ ਹੈਗਾ, ਅੱਜ ਪੰਜਾਬ ਦੇ ਵਿੱਚ ਜੋ ਕਾਂਗਰਸ ਦੇ ਲੀਡਰਾਂ ਦੀ
ਜਿੰਨੇ ਐਮਐਲਏ ਮੰਤਰੀ ਸੀ, ਜੋ ਬੇਪੱਤੀ ਕਰੀ ਹੈਗੀ ਹੈ ਆਮ ਆਦਮੀ ਪਾਰਟੀ ਨੇ, ਜਿਸ ਤਰ੍ਹਾਂ ਫੜ ਅੰਦਰ ਦਿੱਤੇ ਹੈ, ਜੇਲ੍ਹਾਂ ਦੇ ਵਿੱਚ ਡੱਕੇ ਹੈਗੇ ਆ, ਉਸ ਦੇ ਬਾਵਜੂਦ ਵੀ ਇਹ ਤੁਸੀਂ ਦੇਖ ਲਿਓ ਕਿ ਜਿਹੜੀ 12 ਜੁਲਾਈ ਦੀ ਮੀਟਿੰਗ ਹੋਊਗੀ ਉਸ ਦੇ ਵਿੱਚ ਕਾਂਗਰਸ ਨੂੰ ਬੀਜੇਪੀ ਦੇ ਖਿਲਾਫ, ਇਹ ਨਹੀਂ ਕਹਿੰਦਾ ਆਰਡੀਨੈਂਸ ਲਈ, ਆਰਡੀਨੈਂਸ ਬਹਾਨਾ, ਔਰ ਬੀਜੇਪੀ ਦੇ ਖਿਲਾਫ ਉਹ ਵੋਟ ਦੇਣ ਲਈ ਖੜੇ ਹੋਣਗੇ ਹੀ ਹੋਣਗੇ। ਔਰ ਰਹਿ ਗਈ ਗੱਲ ਨੈਸ਼ਨਲ ਲੈਵਲ ਤੇ, ਦੇਖੋ ਤੁਸੀਂ ਜਿਹੜਾ ਹੈਗਾ ਇਹਨੂੰ ਨਾ ਕਨਫਾਈਨ ਕਰਕੇ ਜਿਹੜਾ ਹੈਗਾ ਇੱਕ ਕੁਝੇ ਚ ਪਾਉਣ ਦੀ ਕੋਸ਼ਿਸ਼ ਕੀਤੀ, ਇਕੱਲੇ ਆਰਡੀਨੈਂਸ ਤੇ ਲਿਆਉਣ ਦੀ। ਜੇ ਆਪਾਂ ਸਾਰੇ ਸਟੇਟ ਦੀ, ਸਾਰੀਆਂ ਸਟੇਟਾਂ ਦੀ ਗੱਲ ਕਰੀਏ, ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਵਖਰੇਵੇਂ ਹੈਗੇ ਆ, ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇੱਕ ਜਦੋਂ 12 ਤਰੀਕ ਜੁਲਾਈ ਦੀ ਮੀਟਿੰਗ ਰੱਖੀ ਗਈ ਸੀ, ਉਸ ਦੇ ਬਾਵਜੂਦ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਸੀ, ਜਿਸ ਤਰ੍ਹਾਂ ਉਹ ਪ੍ਰੈਸ ਕਾਨਫਰੰਸ ਤੋਂ ਪਹਿਲੇ ਹੀ ਉੱਠ ਕੇ ਕਿਨਾਰਾ ਕਰ ਗਏ, ਇੱਕ ਗੱਲ ਤਾਂ ਇਹ ਦਰਸਾਉਂਦੀ ਸੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਬਿਹੇਵੀਅਰ ਕੀ ਹੈਗਾ। ਉਸ ਤੋਂ ਬਾਅਦ ਆਪਾਂ ਜੇ ਉੱਪਰ JNK ਤੋਂ ਸ਼ੁਰੂ ਕਰ ਲਈਏ ਕਿ ਉਹਨਾਂ ਦੇ ਵਿਚਾਲੇ ਕਿਸ ਤਰ੍ਹਾਂ ਦੇ, ਦੇਖੋ ਅੱਜ ਦੀ ਜਿਹੜੀ ਮੀਟਿੰਗ ਸੀ ਉਹਦਾ ਕਾਮਨ ਮਿਨੀਮਮ ਪ੍ਰੋਗਰਾਮ ਕੋਈ ਨਹੀਂ ਸੀ, ਨੰਬਰ 1। ਨੰਬਰ 2 ਏਜੰਡਾ ਕੋਈ ਨਹੀਂ ਸੀ। ਨੰਬਰ 3 ਸੀਟ ਸ਼ੇਅਰਿੰਗ ਦੀ ਗੱਲ ਕੋਈ ਨਹੀਂ ਸੀ। ਅੱਜ ਦੀ ਮੀਟਿੰਗ ਜਿਹੜੀ ਹੈਗੀ ਹੈ ਇਹਨਾਂ ਦੀ ਕਿਤੇ ਨਾ ਕਿਤੇ ਜੇ ਆਪਾਂ ਕੱਲੇ ਦੀ ਗੱਲ ਕਰੀਏ, ਦੇਖੋ ਜੇ ਉੜੀਸਾ ਦੀ ਗੱਲ ਕਰੀਏ, ਉੜੀਸਾ ਸਭ ਤੋਂ ਪਾਵਰਫੁਲ ਸਟੇਟ ਹੈ ਜਿਹਦੇ ਵਿੱਚ ਨਵੀਨ ਪਟਨਾਇਕ ਸਾਹਿਬ 25 ਸਾਲ ਤੋਂ ਜਿਹੜੇ ਹੈਗੇ ਆ CM ਬਣਦੇ ਆ ਰਹੇ ਆ, 10 ਸਾਲ ਪਹਿਲਾਂ ਉਹਨਾਂ ਦੇ ਫਾਦਰ ਬਣਦੇ ਰਹੇ, ਉਹ ਜਾਣ ਕੇ ਕਿਨਾਰਾ ਕਰ ਗਏ, ਉਹ ਮੌਕੇ ਤੇ ਦੇਖਣਗੇ। ਔਰ ਮੈਂ ਇੱਕ ਗੱਲ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਜਿੰਨੀਆਂ ਪਾਰਟੀਆਂ ਇਕੱਠੀਆਂ ਹੋਈਆਂ, ਮੈਂ ਅੱਜ ਸਾਰੇ ਐਨਾਲਿਸਿਸ ਦੇਖ ਰਿਹਾ ਸੀ, ਇਹ ਬੀਜੇਪੀ ਵਾਲੇ ਜਿੰਨਾ ਮਰਜ਼ੀ ਸਰੀਨ ਸਾਹਿਬ ਰੌਲਾ ਪਾ ਲੈਣ, ਆਪਣੇ ਆਪ ਨੂੰ ਸਹੀ ਕਰੀ ਜਾਣ, ਅੱਜ ਸਵਾਲ ਇਹ ਹੈਗਾ ਕਿ 300 ਸੀਟਾਂ ਜੇ ਇਹ ਪਾਰਟੀਆਂ 14 ਦੇ ਵਿੱਚੋਂ 12 ਵੀ ਇਕੱਠੀਆਂ ਹੁੰਦੀਆਂ ਤਾਂ 300 ਸੀਟਾਂ ਦੇ ਉੱਤੇ ਬੀਜੇਪੀ ਦੀ ਆ ਜਿਹੜੀ ਹੈਗੀ ਆ ਨਾ ਉਹ ਬਾਜਾ ਵੱਜਣ ਵਾਲਾ। ਹੁਣ ਰਹਿ ਗਈ ਆਰਡੀਨੈਂਸ ਤੇ, ਕੱਲੇ ਤੇ ਆ ਜਾਓ ਗੱਲ। ਆਰਡੀਨੈਂਸ ਜੇ ਦਿੱਲੀ ਦੇ ਵਿੱਚ ਪਾਸ ਹੋਇਆ ਤਾਂ ਆਮ ਆਦਮੀ ਪਾਰਟੀ ਚੀਕਾਂ ਮਾਰ ਰਹੀ ਹੈ ਕੱਲੀ ਗੱਲ ਤੇ। ਜਿਹੜੀ ਪੰਜਾਬ ਦੇ ਵਿੱਚ ਅਨਸੰਵਿਧਾਨਕ ਜਿਹੜੀ ਮੀਟਿੰਗ ਕਰਕੇ ਆਪਣਾ ਵਿਧਾਨ ਸਭਾ ਦੀ, ਉਸ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਆ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਕਾਲਾ ਬਿੱਲ ਕਹਿ ਰਹੇ ਆਰਡੀਨੈਂਸ ਨੂੰ। ਸਿੱਖਾਂ ਦੇ ਮਾਮਲੇ ਦੇ ਵਿੱਚ ਜੋ ਇਹਨਾਂ ਨੇ ਕੀਤਾ, ਉੱਥੇ ਜਿਹੜਾ ਹੈਗਾ ਹਰ ਬਿੱਲ ਦੀਆਂ ਧਾਰਨੀ ਸਾਹਿਬ ਜਵਾਬ ਲੈ ਲਵਾਂ। ਉਮੀਦ ਹੈ ਤੁਸੀਂ ਮੈਨੂੰ 26 ਮਿੰਟ ਪਹਿਲਾਂ ਹੀ ਦੱਸ ਦਿੱਤੇ ਸੀ, ਉਮੀਦ ਹੈ ਕਿ ਹੁਣ 4-5 ਮਿੰਟ ਤੁਸੀਂ ਤਸੱਲੀ ਨਾਲ ਆਪਣੀ ਗੱਲ ਰੱਖ ਲਈ। ਦੇਖੋ ਅੱਜ ਆਰਡੀਨੈਂਸ ਚੱਲ ਰਿਹਾ ਹੈਗਾ ਤੇ ਤੁਸੀਂ ਮੈਨੂੰ ਸਵਾਲ ਕੀ ਪੁੱਛ ਰਹੇ ਹੈਗੇ ਆ ਕਿ ਧਾਰਨੀ ਸਾਹਿਬ ਤੁਹਾਨੂੰ ਬੁਲਾਇਆ ਨਹੀਂ ਕਿ ਤੁਸੀਂ ਜਾ ਨਹੀਂ ਰਹੇ। ਇਹ ਲੋਕਾਂ ਦਾ ਸਵਾਲ ਹੈ ਧਾਰਨੀ ਸਾਹਿਬ, ਲੋਕਾਂ ਦਾ ਸਵਾਲ ਹੈ। ਮੇਰਾ ਕੰਮ ਹੀ ਉਹੀ ਹੈ, ਲੋਕੀ ਜਾਣਨਾ ਚਾਹੁੰਦੇ ਹੋਣਗੇ ਕਿ ਅਕਾਲੀ ਦਲ ਵੀ ਤਾਂ ਬੀਜੇਪੀ ਦਾ ਵਿਰੋਧੀ ਹੈ, ਕਿਉਂ ਨਹੀਂ ਗਿਆ। ਮੈਂ ਜਵਾਬ ਦੇ ਰਿਹਾ, ਪਹਿਲੀ ਕਾਂਗਰਸ ਸਰਕਾਰ ਜਿਹਨੇ ਹਰਮੰਦਰ ਸਾਹਿਬ ਢਾਇਆ, ਜੀ ਉਹ ਤੁਹਾਡੀ ਗੱਲ ਕਲੀਅਰ ਹੋ ਗਈ, ਉਹ ਲੋਕਾਂ ਨੂੰ ਸਮਝ ਆ ਗਿਆ ਕਿ ਠੀਕ ਹੈ ਅਕਾਲੀ ਦਲ ਇਸ ਕਰਕੇ ਨਹੀਂ ਗਿਆ ਕਿਉਂਕਿ ਕਾਂਗਰਸ ਆ ਉੱਥੇ, ਕਿ ਜੇ ਕਾਂਗਰਸ ਜਿਸ ਗਠਜੋੜ ਦੇ ਵਿੱਚ ਹੋਏਗੀ ਅਕਾਲੀ ਦਲ ਨਹੀਂ ਹੋਏਗਾ। ਦੂਜੀ ਆਮ ਆਦਮੀ ਪਾਰਟੀ ਜਿਹੜੀ ਨੇ ਹੁਣ ਜਿਹੜਾ ਹੈਗਾ ਸਿੱਖ ਧਰਮ ਦੇ ਉੱਤੇ ਹਰਮੰਦਰ ਸਾਹਿਬ ਤੇ ਦੂਜਾ ਹਮਲਾ ਕੀਤਾ, ਇਸ ਕਰਕੇ ਜਵਾਬ ਲੈ ਲਓ, ਫਿਰ ਜਵਾਬ ਲੈ ਲਓ ਧਾਰਨੀ ਸਾਹਿਬ, ਜਵਾਬ ਲੈ ਲਓ ਥੋੜਾ ਜਵਾਬ ਲੈ ਲਓ ਧਾਰਨੀ ਸਾਹਿਬ। ਤੁਸੀਂ ਬੜੀ ਤਫਸੀਲ ਨਾਲ ਗੱਲ ਰੱਖੀ ਹੈ, ਮੈਨੂੰ ਲੱਗਦਾ 5-6 ਮਿੰਟ ਬੜੇ ਖੁੱਲੇ ਤੁਹਾਨੂੰ ਮਿਲੇ ਨੇ, ਫਿਰ ਸਮਾਂ ਖਰਾਬ ਹੁੰਦਾ। ਤਵਨ ਜੀ ਗੱਲ ਇਹ ਹੈ ਗੌਰਵ ਜੀ, ਮੈਂ ਸਾਰੇ ਪਾਰਟੀ ਦੇ ਬੁਲਾਰਿਆਂ ਦੀ ਗੱਲ ਸੁਣੀ। ਸਭ ਤੋਂ ਪਹਿਲੇ ਮੈਂ ਭਾਜਪਾ ਦੇ ਬੁਲਾਰੇ ਸਰੀਨ ਸਾਹਿਬ ਦੀ ਗੱਲ ਦਾ ਜਵਾਬ ਦੇ ਰਿਹਾ। ਸਰੀਨ ਸਾਹਿਬ, ਅੱਜ ਪੰਜਾਬ ਨਹੀਂ ਪੂਰੇ ਦੇਸ਼ ਦਾ ਜਿਹੜਾ ਲੋਕਤੰਤਰ ਹੈ ਨਾ ਖਤਰੇ ਵਿੱਚ ਹੈ, ਤਾਂ ਹੀ ਅੱਜ ਵਿਰੋਧੀ ਪਾਰਟੀਆਂ ਇੱਕ ਸਟੇਜ ਤੇ ਆ ਕੇ ਇਕੱਠੀਆਂ ਹੋਈਆਂ ਨੇ। ਤੁਸੀਂ ਗੱਲ ਕੀਤੀ ਚੋਰ ਮੁਸੇਰੇ ਭਾਈ, ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਲਫ਼ਜ਼ਾਂ ਵੀ ਦੱਸ ਦਿੰਦਾ, ਨਾ ਇਤਰਾਓ ਆਪਣੀ ਝੂਠੀ ਬੁਲੰਦੀਆਂ ਤੇ। ਨਾ ਵਕਤ ਦੇ ਸ਼ਹਿਨशाह ਪਹਿਲੇ ਵੀ ਬੜੇ ਹੋਏ ਨੇ, ਲੇਕਿਨ ਅਕਸਰ ਦੇਖਾ ਗਿਆ ਜਿੱਥੇ ਹੁੰਦੇ ਸੀ ਆਲੀਸ਼ਾਨ ਮਕਾਨ ਉਹ ਸ਼ਹਿਨशाहਵਾਂ ਦੇ, ਅੱਜ ਉਹਨਾਂ ਦੇ ਮਕਬਰੇ ਵੀ ਉੱਥੇ ਹੀ ਬਣੇ ਹੋਏ ਨੇ। 2024 ਅੱਜ ਭਾਜਪਾ ਵਿੱਚ ਜਿਹੜੀ ਕੇਂਦਰ ਵਿੱਚ ਮੋਦੀ ਸਰਕਾਰ ਬੈਠੀ ਹੈ ਨਾ, 2024 ਲਿਖ ਲਓ, ਉਹ ਮਕਬਰੇ ਦਾ ਕੰਮ ਕਰੇਗੀ। ਔਰ ਜਿਸ ਤਰ੍ਹਾਂ ਤੁਹਾਡੀ ਤਾਨਾਸ਼ਾਹੀ, ਫਿਰ ਕੁਰਬਾਨੀ ਦੀ ਲੋੜ ਹੋਏਗੀ ਤਵਨ ਜੀ, ਉਹ ਹੁਣ ਕਾਂਗਰਸ ਕਰੇ ਜਾਂ ਤੁਸੀਂ ਕਰੋ ਆਰਡੀਨੈਂਸ ਵਾਲੇ ਮੁੱਦੇ ਉੱਤੇ। ਗੱਲ ਹੈ ਇਹ ਜਿਹੜੀ ਅੱਜ ਹੱਸੀ ਹੱਸ ਰਹੇ ਨੇ ਨਾ, ਇਹ ਲੋਕ ਇਹਨਾਂ ਤੇ ਹੱਸਣ ਵਾਲੇ ਨੇ, ਇਹ ਆਉਣ ਵਾਲਾ ਸਮਾਂ ਇਹਨਾਂ ਨੂੰ ਦਰਸਾ ਦੇਗਾ। ਦੂਸਰੀ ਗੱਲ ਇਹਨਾਂ ਨੇ ਗੱਲ ਕੀ, ਦੇਖੋ ਕਿੱਦਾਂ ਇੱਕ ਨਿੰਦਣਯੋਗ ਕੰਮ ਹੈ ਕਿ 11 ਮਈ ਨੂੰ ਸੁਪਰੀਮ ਕੋਰਟ ਜਦ ਆਰਡਰ ਕੱਢਦੀ ਹੈ
ਔਰ ਜਦ ਦਿੱਲੀ ਸਰਕਾਰ ਦੇ ਹਿੱਤ ਵਿੱਚ ਗੱਲ ਕਰਦੀ ਹੈ ਤੇ 19 ਮਈ ਨੂੰ ਰਾਤੀ 10 ਵਜੇ ਚੋਰੀ ਛੁਪੇ ਕੇਂਦਰ ਵਿੱਚ ਬੈਠੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਰਾਤੀ 10 ਵਜੇ ਉਸ ਆਰਡੀਨੈਂਸ ਦੇ ਖਿਲਾਫ ਆਪਣਾ ਤੁਗਲਕੀ ਫਰਮਾਨ ਜਾਰੀ ਕਰ ਦਿੰਦੀ ਹੈ। ਇਹ ਕੀ ਦਰਸਾਉਂਦਾ ਹੈ? ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਨਹੀਂ ਤੁਹਾਨੂੰ ਲੱਗਦਾ ਕਿ ਬੀਜੇਪੀ ਨਹੀਂ, ਮੈਂ ਧਵਨ ਸਾਹਿਬ ਉਹੀ ਗੱਲ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਬੀਜੇਪੀ ਜਿਹੜਾ ਆਰਡੀਨੈਂਸ ਲੈ ਕੇ ਆਈ ਉਹ ਗਲਤ ਹੈ, ਤਾਂ ਫਿਰ ਇਸ ਦਾ ਮਤਲਬ ਹੈ ਕਿ ਬੀਜੇਪੀ ਦੇ ਖਿਲਾਫ ਖੜਨਾ ਹੈ। ਫਿਰ ਉਹ ਗੱਲ ਉਹੀ ਹੈ ਨਾ ਕਿ ਕੁਰਬਾਨੀ ਕੌਣ ਦੇਗਾ? ਬਾਕੀ ਜੇ ਇਹੀ ਸਟੈਂਡ ਤਾਂ ਕਲੀਅਰ ਕਰ ਦਿਓ, ਆਰਡੀਨੈਂਸ ਵਾਲੇ ਮੁੱਦੇ ਵਾਲੀ ਸ਼ਰਤ ਕਿਉਂ ਰੱਖ ਦਿੱਤੀ? ਕੁਰਬਾਨੀ ਕਾਂਗਰਸ ਦਾ ਹੈਗੀ। ਇਹ ਸਿਰਫ ਦਿੱਲੀ ਦੇ 2 ਕੁਰਬਾਨੀ ਕਰੋੜ ਕਾਂਗਰਸ ਦਾ ਦੇ ਲੋਕਾਂ ਦਾ ਕਹਾਣ ਨਹੀਂ ਹੈ। ਇਹ ਕਾਨ ਪੂਰੇ ਹਿੰਦੁਸਤਾਨ ਵਿੱਚ ਹੋ ਰਿਹਾ। ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਹੈਗੀਆਂ ਉੱਥੇ ਭਾਜਪਾ ਇਹ ਸ਼ਾਸਨ ਕਰਦੀ ਹੈ। ਇਹ ਸਾਜ਼ਿਸ਼ ਹੋ ਰਹੀ ਹੈ ਕਿ ਉੱਥੇ ਦੀਆਂ ਸਰਕਾਰਾਂ ਡਿਗਾਈਆਂ ਜਾਣ, ਉੱਥੋਂ ਦੀਆਂ ਸਰਕਾਰਾਂ ਦੇ ਜਿਹੜੇ ਅਧਿਕਾਰ ਹੈ ਖੋਏ ਜਾਣ। ਇਹ ਹਰ ਸੂਬੇ ਵਿੱਚ ਹੋ ਸਕਦਾ ਹੈ। ਦੇਖੋ ਮੈਨੂੰ ਦਿੱਲੀ ਦੇ ਲੋਕਾਂ ਦਾ ਸਵਾਲ ਨਹੀਂ ਹੈਗਾ, ਦਰਸ਼ਕਾਂ ਨੂੰ ਵੀ ਧਵਨ ਸਾਹਿਬ, ਦਰਸ਼ਕਾਂ ਨੂੰ ਵੀ ਇਹ ਬਹੁਤ ਇਸ ਸਮੇਂ ਜਿਹੜੀ ਸਰੀਨ ਸਾਹਿਬ ਦੀ ਮੂੰਹ ਦੇ ਉੱਤੇ ਸਮਾਈਲ ਹੈ ਨਾ, ਉਹ ਦਰਸ਼ਕ ਵੀ ਸਮਝ ਰਹੇ ਹੋਣੇ ਆ ਕਿ ਪੰਜਾਬ ਬੀਜੇਪੀ ਨੂੰ ਲੱਗ ਰਿਹਾ ਕਿ ਜੇ ਦੋਵੇਂ ਇਕੱਠੇ ਹੋ ਗਏ ਤਾਂ ਵੀ ਬੱਲੇ ਬੱਲੇ, ਜੇ ਨਹੀਂ ਹੋਏ ਤਾਂ ਵੀ ਬੱਲੇ ਬੱਲੇ। ਐਟਲੀਸਟ ਪੰਜਾਬ ਦੇ ਕੰਟੈਕਸਟ ਦੇ ਵਿੱਚ ਥੋੜਾ ਜਿਹਾ ਵੇਟ ਕਰਿਓ, ਥੋੜਾ ਗੌਰਵ ਇੱਕ ਸੈਕਿੰਡ ਵੇਟ ਕਰਿਓ, ਧਾਰਨੀ ਜੀ ਵੇਟ ਕਰਿਓ, ਮੈਂ ਤੁਹਾਡੇ ਕੋਲ ਜਵਾਬ ਲੈ ਲਓ। ਚਲੋ ਇੱਕ ਧਾਰਨੀ ਸਾਹਿਬ ਸੀਨੀਅਰ ਹੈ, ਆਪਣੇ ਨਾਲ ਜੁੜੇ ਹੋਏ ਨੇ। ਧਾਰਨੀ ਸਾਹਿਬ ਕੁਝ ਕਹਿਣਾ ਚਾਹते? ਧਾਰਨੀ ਸਾਹਿਬ ਬਹੁਤ ਛੋਟਾ ਜਿਹਾ ਰੱਖਿਓ ਜਵਾਬ। ਧਾਰਨੀ ਜੀ ਬਲੀ ਦਾਏਗੀ ਕਾਂਗਰਸ। ਮੈਂ ਇੱਕ ਸੈਕਿੰਡ ਬਸ 10 ਸੈਕਿੰਡ ਉਹਨੂੰ ਕੰਪਲੀਟ ਕਰ ਲੈਣਾ। ਧਾਰਨੀ ਸਾਹਿਬ ਕਾਂਗਰਸੀ ਪੰਜਾਬ ਦੇ ਕਾਂਗਰਸੀਆਂ ਦੀ ਹੁਣ ਜਵਾਬ ਲੈ ਲਓ। ਠੀਕ ਹੈ, ਮੈਂ ਦੇਖੋ ਖੜਿਆਲ ਸਾਹਿਬ ਤੁਸੀਂ ਜਵਾਬ ਦੇਵੋਗੇ, ਪਰ ਇਹ ਸਭ ਦੇ ਵਿਚਾਲੇ ਧਾਰਨੀ ਸਾਹਿਬ ਨੇ 2 ਬੜੀਆਂ ਇੰਪੋਰਟੈਂਟ ਗੱਲਾਂ ਕੀਤੀਆਂ। ਇੱਕ ਤਾਂ ਤੁਹਾਨੂੰ ਵਿਜੀਲੈਂਸ ਦੀਆਂ ਰੇਡਾਂ ਯਾਦ ਕਰਵਾ ਦਿੱਤੀਆਂ ਕਿ ਕਿਤੇ ਉਹ ਰੇਡਾਂ ਭੁੱਲ ਕੇ ਤੁਸੀਂ ਭਲੇਖੇ ਨਾਲ ਚਲੇ ਜਾਇਓ ਆਮ ਆਦਮੀ ਪਾਰਟੀ ਵਾਲੇ ਪਾਸੇ। ਦੂਜਾ ਉਹ ਬੀਜੇਪੀ ਨੂੰ ਵੀ ਯਾਦ ਕਰਵਾ ਰਹੇ ਸੀ ਕਿ ਤੁਸੀਂ ਵੀ ਨਾ ਭੁੱਲ ਜਾਇਓ ਕਿ 300 ਸੀਟਾਂ ਨਹੀਂ ਆਣੀਆਂ ਤੁਹਾਡੀਆਂ ਜੇ ਸਾਰੇ ਇਕੱਠੇ ਹੋ ਗਏ। ਤਾਂ ਉਹ ਵੀ ਇੱਕ ਤਰੀਕੇ ਨਾਲ ਉਹਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਜਵਾਬ ਦੇ ਦਿਓ ਪਹਿਲਾਂ ਜੀ ਪਲੀਜ਼। ਪਹਿਲਾਂ ਤਾਂ ਮੈਂ ਧਾਰਨੀ ਸਾਹਿਬ ਦੀ ਗੱਲ ਦਾ ਜਵਾਬ ਦਿੰਦਾ। ਇਹਨਾਂ ਨੂੰ ਇੰਨੀ ਪ੍ਰੋਬਲਮ ਹੈ ਤੇ ਕਾਂਗਰਸ ਪਾਰਟੀ ਦੇ ਨਾਲ ਇੱਕੋ ਪਲੇਟਫਾਰਮ ਤੇ ਕਿਉਂ ਆਏ ਸੀਗੇ? ਕਾਂਗਰਸ ਪਾਰਟੀ ਦੇ ਸੱਦੇ ਤੇ, ਅਜੀਤ ਦੇ ਪਲੇਟਫਾਰਮ ਤੇ, ਆਮ ਆਦਮੀ ਪਾਰਟੀ ਦੇ ਮੀਡੀਆ ਸਪਰੈਸ਼ਨ ਦੇ ਖਿਲਾਫ, ਤਾਨਾਸ਼ਾਹ ਰਵੱਈਏ ਦੇ ਖਿਲਾਫ, ਆਮ ਟਵਿਸਟਿੰਗ ਦੇ ਖਿਲਾਫ ਕਰ ਲੈਣਾ ਆਪਦੇ ਆਪ ਨੂੰ ਐਕਸਪੋਜ਼ ਇਹਨਾਂ ਨੇ। ਦੂਜੀ ਗੱਲ, ਇਹ ਉਹ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਨ੍ਹਾਂ ਦੇ ਰਾਜ 'ਚ ਬੇਅਦਬੀ ਹੋਈ, ਜਿਨ੍ਹਾਂ ਦੇ ਲੀਡਰ ਗੋਲੀकांड ਦੇ ਵਿੱਚ ਚਲਾਨ ਹੋ ਗਏ ਹੈ। ਇਹ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਨਾ ਕਿਸੇ ਨੇ ਨਿਯੋਤਾ ਦਿੱਤਾ ਆਪੋਜੀਸ਼ਨ ਪਾਰਟੀਆਂ ਦੀ ਮੀਟਿੰਗ ਤੇ, ਕਿਉਂਕਿ ਸਭ ਨੂੰ ਪਤਾ ਹੈ ਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਖਤਮ ਨੇ, ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ। ਹੁਣ ਮੈਂ ਧਿਆਨ ਹਟਾਉਣਾ ਹੈ ਬੀਜੇਪੀ ਵੱਲ ਕਰ ਦਿੰਦਾ। ਬੀਜੇਪੀ ਨੇ ਇੱਥੇ 2-3 ਗੱਲਾਂ ਕਹੀਆਂ। ਸਰੀਨ ਸਾਹਿਬ ਕਹਿੰਦੇ ਦੇਖ ਲਓ ਯੂਨਿਟੀ ਆਪੋਜੀਸ਼ਨ ਯੂਨਿਟੀ। ਸਰੀਨ ਸਾਹਿਬ ਇੱਥੇ 2 ਪਾਰਟੀਆਂ ਦੀ ਯੂਨਿਟੀ ਦੀ ਗੱਲ ਨਹੀਂ ਹੋ ਰਹੀ। ਥੋੜਾ ਜਿਹਾ ਨਜ਼ਰੀਏ ਨੂੰ ਨਾ ਬ੍ਰੌਡ ਕਰੋ, ਥੋੜਾ ਸੱਚਾਈ ਵੱਲ ਝਾਕ ਮਾਰੋ ਤੇ ਦੇਖੋ ਉੱਥੇ ਕਿੰਨੀਆਂ ਪਾਰਟੀ ਸੀਗੀਆਂ। 15 ਤੋਂ ਜ਼ਿਆਦਾ ਪੋਲੀਟੀਕਲ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ। ਉਹਨਾਂ ਚੋਂ ਜੇ ਇੱਕ ਪਾਰਟੀ ਨੂੰ ਕੋਈ ਤਕਲੀਫ ਹੈ, ਕੋਈ ਇਸ਼ੂ ਹੈ, ਉਹਦਾ ਇਹ ਮਤਲਬ ਨਹੀਂ ਕਿ ਸਾਰਿਆਂ ਨੂੰ ਤਕਲੀਫ ਹੈ, ਇਸ਼ੂ ਹੈ। ਕੋਈ ਉੱਥੇ ਕੋਆਰਡੀਨੇਸ਼ਨ ਨਹੀਂ ਹੈਗੀ, ਕੋਈ ਇਕੱਠੇ ਨਹੀਂ ਹੈਗੇ। 14 ਤੋਂ ਜ਼ਿਆਦਾ ਪੋਲੀਟੀਕਲ ਪਾਰਟੀਆਂ ਨੰਬਰ 1 ਇਕੱਠੀਆਂ। ਦੂਜੀ ਗੱਲ, ਆਮ ਆਦਮੀ ਪਾਰਟੀ ਇੱਕ MP ਵਾਲੀ ਪਾਰਟੀ ਜੋ ਉਹਨੂੰ ਕੋਈ ਇਸ਼ੂ ਹੈ ਆਪਦਾ ਇਸ਼ੂ ਦੇਖ ਲੂਗੀ। ਲੇਕਿਨ ਪ੍ਰੋਬਲਮ ਕੀ ਹੈ ਗੌਰਵ ਜੀ, ਬੀਜੇਪੀ ਨੂੰ ਨਾ ਇਹ ਸਮਝਣ ਦੀ ਲੋੜ ਹੈ ਕਿ ਤੁਹਾਡੇ ਤਾਨਾਸ਼ਾਹ ਰਵੱਈਏ ਦੇ ਖਿਲਾਫ ਸਾਰੇ ਤੁਸੀਂ ਆਪ ਹੀ ਇਕੱਠੇ ਕਰਤੇ, ਕਿਸੇ ਨੂੰ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਪਈ ਨਹੀਂ ਹੈ। ਤੇ ਜਿਹੜੀ ਮੈਂ ਗੱਲ ਕਹੀ ਸੀਗੀ ਵੀ ਜੇ ਅਲਾਈਅੰਸ ਨਾਲ ਬੰਦਾ ਕਮਜ਼ੋਰ ਦਿਖਦਾ ਤੇ ਫਿਰ ਅਲਾਈਅੰਸ ਤੁਸੀਂ ਆਪਦੀ ਤੋੜਦੇ ਕਿਉਂ ਨਹੀਂ, ਤੁਸੀਂ ਕਰਦੇ ਕਿਉਂ ਇਨ ਦਾ ਫਰਸਟ ਪਲੇਸ? ਤੇ ਦੂਜੀ ਗੱਲ, ਜ਼ਰੂਰੀ ਗੱਲ, ਬੀਜੇਪੀ ਦੇ ਨਾ ਜਿਹੜਾ ਇਹ ਡੈਮੋਕ੍ਰੇਸੀ ਨੂੰ ਖਤਮ ਕਰ ਰਿਹਾ, ਲੋਕਤੰਤਰ ਨੂੰ ਡਿਸਟਰੋਏ ਕਰ ਰਿਹਾ ਹੈ, ਉਹਦੇ ਖਿਲਾਫ ਸਾਰੇ ਇਕੱਠੇ ਹੋ ਰਹੇ। ਤੁਹਾਨੂੰ ਉਦਾਹਰਨ ਅੱਜ ਦਾ ਹੀ ਦੇ ਦਿੰਦਾ। ਮੋਦੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਤੀ USA ਦੇ ਵਿੱਚ 9 ਸਾਲਾਂ ਦੇ ਵਿੱਚ ਗੌਰਵ ਜੀ, 9 ਸਾਲਾਂ 'ਚ not even one ਪ੍ਰੈਸ ਕਾਨਫਰੰਸ ਇੱਕ ਨਹੀਂ ਕੀਤੀ 9 ਸਾਲਾਂ ਦੇ ਵਿੱਚ ਇੰਡੀਆ ਦੇ ਵਿੱਚ। ਦੂਜੀ ਗੱਲ, ਮੋਦੀ ਸਾਹਿਬ ਜਾ ਕੇ ਕਹਿੰਦੇ ਸਬਕਾ ਸਾਥ ਸਬਕਾ ਵਿਕਾਸ। ਤੇ ਮੈਂ ਇਹਨਾਂ ਨੂੰ ਪੁੱਛੂੰਗਾ ਸਰੀਨ ਸਾਹਿਬ ਤੁਹਾਡੇ ਕੈਬਨਿਟ ਦੇ ਵਿੱਚ ਕਿੰਨੇ ਮੁਸਲਿਮਸ ਹੈ? ਉਹਦਾ ਜਵਾਬ ਹੈ ਨੈਗਲੀਜੀਬਲ ਰਿਪਰੈਜ਼ੈਂਟੇਸ਼ਨ ਹੈ। ਤੀਜੀ ਗੱਲ ਗੌਰਵ ਜੀ, ਤੁਸੀਂ ਦੇਖੋ ਵਿਮਨ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕੀਤੀਆਂ ਉੱਥੇ, ਵਿਮਨ ਰੈਸਲਰਸ ਨਾਲ ਜੋ ਵਿਵਹਾਰ ਹੋਇਆ ਉਹ ਸਭ ਨੇ ਦੇਖਿਆ ਪਾਰਲੀਮੈਂਟ ਦੇ ਬਾਹਰ ਵੀ, ਤੇ ਅਦਰਵਾਈਜ਼ ਇੱਥੇ ਉਹਨਾਂ ਨੂੰ ਧਰਨਾ ਲਾਉਣਾ ਪਿਆ। ਚੌਥਾ, ਉਹਨਾਂ ਨੂੰ ਫੇਲ ਲੱਗਦਾ ਕਿ ਤੁਸੀਂ ਤੁਹਾਨੂੰ ਡਰ ਮਹਿਸੂਸ ਹੋ ਰਿਹਾ ਹੈ ਤਾਂ ਸਾਰੇ ਇਕੱਠੇ ਹੋ ਰਹੇ। ਮੈਂ ਕਹਿੰਦਾ ਦੱਸਦਾ ਉਹਨਾਂ ਨੇ ਇੱਕ ਹੋਰ ਲਾਈਨ ਇਸਤੇਮਾਲ ਕੀਤੀ ਸੀ, ਕਹਿੰਦੇ ਚੋਰ ਚੋਰ ਮਸੇਰੇ ਭਰਾ। ਬੀਜੇਪੀ ਨੇ ਕੀਤੀ, ਬੀਜੇਪੀ ਕਹਿੰਦੀ ਕਿ ਤੁਹਾਨੂੰ ਡਰ ਲੱਗ ਰਿਹਾ। ਇਹਨਾਂ ਦੀ ਭਾਸ਼ਾ 'ਚ ਇਹਨਾਂ ਨੂੰ ਜਵਾਬ ਦਿੰਦਾ ਹੈ, ਜਿੱਥੇ ਜਿੱਥੇ ਬੀਜੇਪੀ ਨੇ ਅਲਾਈਅੰਸ ਕੀਤੀ ਹੈ ਤੁਸੀਂ ਵੀ ਉੱਥੇ ਫਿਰ ਚੋਰ ਚੋਰ ਮਸੇਰੇ ਭਰਾ। ਤੁਹਾਨੂੰ ਵੀ ਬੜਾ ਡਰ ਲੱਗ ਰਿਹਾ ਸੀਗਾ, ਤੁਸੀਂ ਆਪਦੀ ਕਮਜ਼ੋਰੀ ਦਿਖਾਤੀ, ਤੁਸੀਂ ਐਡਮਿਟ ਕਰ ਲਿਆ ਵੀ ਤੁਸੀਂ ਜਿੱਤ ਨਹੀਂ ਸਕਦੇ। ਸੋ ਗੌਰਵ ਜੀ ਗੱਲਾਂ ਕਰਨੀਆਂ ਸੌਖੀਆਂ, ਪ੍ਰੈਕਟਿਸ ਕਰਨੀ ਔਖੀ। ਲਾਸਟ ਪੁਆਇੰਟ ਪਲੀਜ਼। ਮੇਰਾ ਇੱਕ ਸਵਾਲ ਹੈ ਕਿ ਕਾਂਗਰਸ ਇਸ ਮਹਾਗਠਜੋੜ ਦੇ ਵਿੱਚ ਖੁਦ ਨੂੰ ਕਮਾਂਡਿੰਗ ਪੋਜੀਸ਼ਨ ਦੇ ਵਿੱਚ ਦੇਖ ਰਹੀ ਹੈ? ਦੇਖੋ ਇਹ ਕਮਾਂਡਿੰਗ ਪੋਜੀਸ਼ਨ ਤਾਂ ਲੋਕ ਡਿਸਾਈਡ ਕਰਦੇ ਤੇ ਸਾਡਾ ਲੋਕਤੰਤਰ ਡਿਸਾਈਡ ਕਰਦਾ। ਤੇ ਮੈਂ ਤਾਂ ਇੱਕੋ ਗੱਲ ਕਹੂੰਗਾ, ਆਪਾਂ ਕੰਪਲੀਟ ਕਰ ਲਓ। ਮੈਂ ਸਰੀਨ ਸਾਹਿਬ ਤੋਂ ਰਿਐਕਸ਼ਨ ਲੈਣਾ। ਸੋ ਕਾਂਗਰਸ ਪਾਰਟੀ ਕੈਪੇਬਲ ਹੈ ਕਿ ਨਹੀਂ ਆਪਾਂ ਕਿਵੇਂ ਦੇਖ ਸਕਦੇ ਹਾਂ? ਸਭ ਤੋਂ ਜ਼ਿਆਦਾ MPs ਕਿਹਦੇ ਕੋਲ ਪੂਰੇ ਦੇਸ਼ ਦੇ ਵਿੱਚ ਆਫਟਰ ਬੀਜੇਪੀ? ਆਪੋਜੀਸ਼ਨ ਦੇ ਵਿੱਚ ਕਾਂਗਰਸ ਪਾਰਟੀ ਕੋਲੇ।
ਸਭ ਤੋਂ ਜ਼ਿਆਦਾ ਐਮਐਲਏਸ ਕਿਹਦੇ ਕੋਲੇ? ਕਾਂਗਰਸ ਪਾਰਟੀ ਕੋਲੇ। ਸਭ ਤੋਂ ਜ਼ਿਆਦਾ ਐਮਐਲਸੀਸ ਕਿਹਦੇ ਕੋਲੇ? ਕਾਂਗਰਸ ਪਾਰਟੀ ਕੋਲੇ। ਸਭ ਤੋਂ ਜ਼ਿਆਦਾ ਇਨਫਲੂਐਂਸ ਆਪੋਜੀਸ਼ਨ ਪਾਰਟੀ ਉੱਤੇ ਕਿਹਦੇ ਕੋਲੇ? ਕਾਂਗਰਸ ਪਾਰਟੀ ਕੋਲੇ। ਸਭ ਤੋਂ ਜ਼ਿਆਦਾ ਤਜਰਬਾ ਕ੍ਰੈਡੀਬਿਲਿਟੀ ਕਿਹਦੇ ਕੋਲੇ? ਕਾਂਗਰਸ ਪਾਰਟੀ ਕੋਲੇ। ਸੋ ਮੈਂ ਇੱਕ ਗੱਲ ਕਹੂੰਗਾ ਗੌਰਵ ਜੀ ਲਾਸਟ ਜੀ, ਇਹਨਾਂ ਨੇ ਮਾਈਨੋਰਿਟੀਜ਼ ਨਾਲ ਜੋ ਬੀਜੇਪੀ ਨੇ ਕੀਤਾ ਹੈ ਥਰੂ ਯੂਆਪਾ, ਥਰੂ ਐਨਐਸਏ, ਥਰੂ ਸੈਡੀਸ਼ਨ, ਥਰੂ ਹੇਟ ਸਪੀਚ ਲਾਜ਼, ਮੈਂ ਇਹਨਾਂ ਨੂੰ ਗਾਰੰਟੀ ਦਿੰਦਾ ਹੈ ਜਿਹੜਾ ਹਾਊਸ ਆਫ ਕਾਰਡਸ ਖੜਾ ਕੀਤਾ ਸੀਗਾ ਝੂਠ ਦੇ ਬੇਸਿਸ ਤੇ, ਫਰੇਬ ਦੇ ਬੇਸਿਸ ਤੇ, ਧੋਖੇਧੜੀ ਦੇ ਬੇਸਿਸ ਤੇ, ਉਹ ਹਾਊਸ ਆਫ ਕਾਰਡਸ ਕ੍ਰੰਬਲ ਕਰਨਾ ਸ਼ੁਰੂ ਹੋ ਗਿਆ। ਕਰਨਾਟਕਾ, ਹਿਮਾਚਲ ਆਲਰੇਡੀ ਹਾਰ ਚੁੱਕੇ ਹੋ, 2024 ਹਾਰਨ ਦੀ ਤਿਆਰੀ ਕਰ ਲਓ। ਤੇ ਮੇਰਾ ਆਮ ਆਦਮੀ ਪਾਰਟੀ ਨੂੰ ਇੱਕੋ ਕਹਿਣਾ ਹੈ, ਇਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਕਾਂਗਰਸ ਪਾਰਟੀ ਬੀਜੇਪੀ ਦਾ ਸਮਰਥਨ ਕਰ ਰਹੀ ਹੈ ਜੀ ਦਿੱਲੀ ਆਰਡੀਨੈਂਸ ਦੇ। ਮੈਂ ਇੱਕ ਗੱਲ ਪੁੱਛੂੰਗਾ, ਇੱਕ ਲੀਡਰ ਦਾ ਨਾਮ ਦੱਸ ਦੇਣ ਜਿਹਨੇ ਕਿਹਾ ਵੀ ਦਿੱਲੀ ਆਰਡੀਨੈਂਸ ਤੇ ਬੀਜੇਪੀ ਨੂੰ ਸਪੋਰਟ ਕਰਦੇ। ਜੇ ਨਹੀਂ ਦੱਸ ਸਕਦੇ ਆ ਤਰਕ ਫੇਰ ਦੇਣਗੇ। ਚਲੋ ਮੈਂ ਇੱਕ ਮਿੰਟ ਬੋਲੋ, ਪਵਨ ਜੀ ਮੈਂ ਤੁਹਾਡੇ ਕੋਲ ਆ ਰਿਹਾ, ਤੁਸੀਂ ਜਵਾਬ ਦਿਓ ਉਸ ਚੀਜ਼ ਦਾ। ਸਰੀਨ ਸਾਹਿਬ ਦਾ ਟਾਈਮ ਹੈ, ਪਹਿਲਾਂ ਉਹਨਾਂ ਦਾ ਰੁਕ ਕਰਨਾ। ਨਹੀਂ ਖੜਿਆਲ ਸਾਹਿਬ ਤੁਹਾਡੀ ਗੱਲ ਹੋ ਗਈ, ਲਾਸਟ ਕਰਕੇ ਮਿਲਾ ਰਹੇ 4 ਪੁਆਇੰਟ ਤੁਸੀਂ ਫੇਰ ਵੀ ਰੱਖ 5 ਸੈਕਿੰਡਸ ਓਨਲੀ। ਸੋ ਜਿਵੇਂ ਇਹਨਾਂ ਨੇ ਇਲਜ਼ਾਮ ਲਾਇਆ, ਇਹਨਾਂ ਨੇ ਆਰਡੀਐਫ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਕੋਈ ਸਟੈਂਡ ਨਹੀਂ ਲਿਆ, ਮਤਲਬ ਬੀਜੇਪੀ ਦਾ ਸਮਰਥਨ ਕਰ ਰਹੇ ਹੈ। ਕੋਈ ਬੀਬੀਐਮਬੀ ਦੇ ਇਸ਼ੂ ਤੇ ਸਟੈਂਡ ਨਹੀਂ ਲਿਆ ਹਾਈ ਕਮਾਂਡ ਨੇ, ਕੇਜਰੀਵਾਲ ਸਾਹਿਬ ਨੇ, ਮਤਲਬ ਬੀਜੇਪੀ ਦਾ ਸਮਰਥਨ ਕਰ ਰਹੇ ਹੈ। ਤੇ ਮੈਂ ਇੱਕੋ ਗੱਲ ਕਹੂੰਗਾ ਕਿ ਬੀਜੇਪੀ ਲਾਸਟ ਆਮ ਆਦਮੀ ਪਾਰਟੀ ਕਹਿੰਦੀ ਹੈ ਦੂਜੇ ਸਾਡੀ ਲੜਾਈ ਨੂੰ ਆਪਦੀ ਬਣਾਉਣ, ਤਾਂ ਪਹਿਲਾਂ ਆਰਡੀਐਫ ਤੇ ਬੀਬੀਐਮਬੀ ਤੇ ਵਿਧਾਨ ਸਭਾ ਦਾ ਚਲੋ ਦਿੱਲੀ ਦੇ ਵਿੱਚ ਆਰਡੀਐਫ ਦਾ ਜ਼ਿਕਰ ਹੋਵੇ, ਦਿੱਲੀ ਦੇ ਵਿੱਚ ਪੰਜਾਬ ਦੇ ਆਰਡੀਐਫ ਦਾ ਜ਼ਿਕਰ ਹੋਵੇ, ਇਹ ਕਹਿ ਰਹੇ ਨੇ ਕਾਂਗਰਸ ਦੇ ਨੁਮਾਇੰਦੇ। ਪਰ ਤਮਨ ਸਾਹਿਬ ਆਉਂਗਾ ਤੁਹਾਡੇ ਕੋਲ। ਸਰੀਨ ਜੀ गौरव जी बड़े काबिल दोस्त ने मेरे। खडियाल साहब मैंने एक चीज दसो, 15 पार्टियां का गठजोड़ तुसीं कहंदे जी बड़ा 15 लोग इकट्ठे हो गए, क्या पंजाब दे विच ममता बनर्जी का कोई इंपैक्ट हैगा? क्या शरद पवार का पंजाब च कोई इंपैक्ट हैगा? दिल्ली च कोई इंपैक्ट हैगा? क्या महबूबा मुफ्ती का पूरे हिंदुस्तान के सिवाय जम्मू कश्मीर का इंपैक्ट हैगा? क्या अखिलेश यादव का यूपी के अलावा कितने का इंपैक्ट है? क्या कम्युनिस्टों का थोड़ा बहुत केरला बच गया उन्होंने को, उसके अलावा कितने होर इंपैक्ट है? ये सारे एक जो कहते ना, एक शहर के महल्ले के लीडर ने, एक शहर जब शहर गिन ली है, महल्ले के लीडर ने, वो कहना तू अपना महल्ला संभाल, मैं अपना महल्ला संभालांगा, आप सारे इकट्ठे होवांगे। क्या मजाक है? ये देश चलाने की गल कर रहे हैं। डड्डुआ की पंसेरी देश चलाएगी ਜਿਹਦੀ ਆਪ ਦੀ ਅੱਜ ਤੁਹਾਡੇ ਚੈਨਲ ਦੇ ਉੱਤੇ 2 ਪਾਰਟੀਆਂ ਦੇ ਜਿਹੜੇ ਨੁਮਾਇੰਦੇ ਬੈਠੇ ਨੇ, ਜਿਹੜੇ ਅੱਜ ਦੀ ਮੀਟਿੰਗ 'ਚ ਸ਼ਾਮਲ ਸਨ, ਉਹਨਾਂ ਦਾ ਐਕਸਪੋਜ਼ ਸਾਰੇ ਪੰਜਾਬ ਦੇਖ ਰਿਹਾ। ਤੂੰ ਮੈਂ ਉਹ ਕਰ, ਮੇਰੇ ਸਾਡੇ ਤੋਂ ਜ਼ਿਆਦਾ ਤੇ ਤੂੰ ਮੈਂ ਉਹਨਾਂ ਦੀ ਹੋ ਰਹੀ ਹੈ, ਤੇ ਤੁਸੀਂ ਕਹਿੰਦੇ ਇਹ ਗੱਠਜੋੜ ਹੋਏਗਾ। ਮਾਰਿਆ ਤਮਨ ਸਾਹਿਬ, ਮਾਰਿਆ ਥੋੜੀ ਪਲੀਜ਼ ਰੁਕ ਜਾਓ ਜੀ ਤਮਨ ਜੀ, ਪਲੀਜ਼ ਸਰੀਨ ਸਾਹਿਬ ਕੰਪਲੀਟ ਕਰੋ, ਥੋੜਾ ਛੋਟਾ ਰੱਖੋ ਜਵਾਬ, ਤਾਂ ਹੀ ਬਾਰ-ਬਾਰ ਮੈਂ ਪਾਉਂਗਾ ਲੈ ਪਾਉਂਗਾ। ਨਹੀਂ ਜੇ ਵਿੱਚ ਬੋਲਣਗੇ ਤਾਂ ਮੈਂ ਕੀ ਕਰੂੰਗਾ? ਦੇਖੋ ਮੇਰਾ ਇਹ ਕਹਿਣਾ ਹੈਗਾ कि ਇਹ ਭਾਵੇਂ ਇਕੱਠੇ ਹੋ ਜਾਣ, ਭਾਵੇਂ ਕੁਛ ਹੋ ਜਾਣ, ਇਹਨਾਂ ਦੇ ਕੰਟਰਡਿਕਸ਼ਨਸ ਇੰਨੀਆਂ ਨੇ। ਫਿਰ ਦੂਸਰੀ ਚੀਜ਼, ਪੈਨ ਇੰਡੀਆ ਐਕਸੈਪਟ ਕਾਂਗਰਸ, ਪੈਨ ਇੰਡੀਆ ਕਿਸੇ ਵੀ ਪਾਰਟੀ ਦਾ ਕੋਈ ਇੰਪੈਕਟ ਹੈ ਨਹੀਂਗਾ। ਇਹ ਆਪ ਆਪਣੇ ਮਹੱਲੇ ਦੇ ਪ੍ਰਧਾਨ ਨੇ, ਚੱਲੇ ਨੇ ਦੇਸ਼ ਚਲਾਉਣ ਵਾਸਤੇ। क्या करते हैं? मजाक है एक। और रही गल भारतीय जनता पार्टी में, अज भी कह रहे हैं खडियाल साहब ते तमन साहब, तुसी भी सुन लो, भारतीय जनता पार्टी 2024 का चुनाव भी जीतेगी, 300 तो बाद सीटा भी लवेगी। अज तुसी सर्वाइवल की लड़ाई लड़ते पे हो, लड़ो लड़ाई, कोई हर्ज नहीं गा। सानू अपने काम ते विश्वास है, तुसी अपने मैदान च चुनाव है, चुनाव में सारी पार्टियां बिल्कुल तो लोगों ने डिसाइड करना है सर किदे कोल कितनी सीटां चली। मैं तो ये कह रहा, मैं तो कह रहा ना, चुनाव है, सारी पार्टियां कॉन्फिडेंस किवें कर दिया ने, इतना कॉन्फिडेंस किवें 300 प्लस ਅਸੀਂ ਜਾਵਾਂਗੇ ਅਸੀਂ ਦੱਸਦੇ ਹਾਂ, ਅਸੀਂ ਆਪਣੇ ਕੰਮ ਦੇ ਬੁੱਤੇ ਤੇ ਕਰਦੇ ਹਾਂ। ਇਹ ਹੰਕਾਰ ਬੋਲ ਰਿਹਾ ਨਹੀਂ ਕੀਤਾ, ਬੋਲ ਰਿਹਾ ਦੂਜੀ ਨਹੀਂ ਐਸਾ ਕੀਤਾ। ਕੌਨਫੀਡੈਂਸ वेट करो सर, मैं वही कह रहा ना, समा पीछे बहुत थोड़ा है। सरीन साहब कंप्लीट कर लो सर प्लीज, तारनी जी वेट कर रहे हैं, प्लीज कंप्लीट कर लो। जस्ट 1 मिनट। ਅਸੀਂ ਖਡਿਆਲ ਜੀ ਕਾਨਫੀਡੈਂਸ ਕਰਕੇ ਆ, ਕਾਮਨਵੈਲਥ ਗੇਮ ਦਾ ਸਕੈਂਡਲ ਨਹੀਂ ਕੀਤਾ, 2G ਸਕੈਂਡਲ, ਹੋਰ ਸਕੈਂਡਲ ਕੀਤੇ ਹੈ, ਸਕੈਂਡਲ ਨਹੀਂ ਕੀਤਾ, ਨੈਸ਼ਨਲ ਹੈਰਾਲਡ ਸਕੈਂਡਲ ਨਹੀਂ ਕੀਤਾ। ਤੁਹਾਡੇ ਤਾਂ ਸਾਰੇ ਨੇਤਾ ਆਪ ਉਹ ਕਿੰਨੇ ਤਾਂ ਆਲਰੇਡੀ खडियाल साहब कंप्लीट कर लें तो मैं तुरंत रिएक्शन ले लूंगा, थोड़ी वेट कर लो सर प्लीज, थोड़ी वेट कर लो। ਇਹਨਾਂ ਨੂੰ ਪਤਾ ਨਹੀਂ ਕਿੰਨੇ ਕੁਇਟ ਹੋ ਗਏ, ਕਿੰਨੇ ਬਾਇਜ਼ਤ ਬਰੀ ਹੋ ਗਏ, ਕੇਸ ਗਲਤ ਸੀਗੇ। ਚਲੋ ਹੋਰ ਪਾਸੇ ਨਾ ਨਿਕਲ ਜਾਈਏ, ਗੱਲ ਇਹ ਨਾ ਕਿ 300 ਪਲੱਸ ਵਾਲਾ ਟਾਰਗੇਟ ਤਾਂ ਸਾਰੀਆਂ ਪਾਰਟੀਆਂ ਰੱਖਦੀਆਂ ਨੇ। ਸਰੀਨ ਸਾਹਿਬ ਵੇਟ ਕਰਿਓ, ਧਾਰਨੀ ਜੀ ਦਾ ਮੈਂ ਰੁਕ ਕਰਦਾ। ਸਰੀਨ ਸਾਹਿਬ ਤੁਹਾਡੀ ਗੱਲ ਆ ਗਈ, ਧਾਰਨੀ ਜੀ ਥੋੜੇ ਘੱਟ ਸਮਾਂ ਲਿਓ ਸਰ, ਬਹੁਤ ਆਪਾਂ ਕਨਕਲੂਜਨ ਵਾਲੇ ਪਾਸੇ। ਦੇਖੋ ਗੌਰਵ, ਮੋਟੀ ਜੀ ਗੱਲ ਇਹ ਹੈਗੀ ਹੈ ਜੀ ਕਿ ਅੱਜ ਜਿਹੜੀਆਂ ਪਾਰਟੀਆਂ ਆਈਆਂ ਇਕੱਠੀਆਂ ਹੋਈਆਂ ਨਾ,
ਜਿਵੇਂ ਆਪਣਾ ਸਰੀਨ ਸਾਹਿਬ ਨੇ ਕਿਹਾ ਨਾ, ਇਹ ਮਹੱਲੇ ਦੇ ਲੀਡਰ ਹੈ। ਦੇਖੋ ਜੇ ਮਹੱਲੇ ਦੇ ਲੀਡਰ ਹੁੰਦੇ ਤਾਂ ਅਮਿਤ ਸ਼ਾਹ ਜੀ ਨੂੰ ਖੜਨ ਦੀ ਲੋੜ ਨਹੀਂ ਸੀ ਅੱਜ ਆ ਕੇ ਉਹਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਨ ਦੀ, ਨਾ ਹੀ ਮੈਡਮ ਸਿਮਰਤੀ ਇਰਾਨੀ ਨੂੰ ਕਰਨ ਦੀ ਲੋੜ ਸੀ। ਦੇਖੋ ਇਹਦੇ ਵਿੱਚ ਹਾਲੇ ਬਹੁਤ ਸਾਰੀਆਂ ਕਮੀਆਂ ਹੈਗੀਆਂ, ਜਿਵੇਂ ਚੰਦਰ ਬਾਬੂ ਨਾਇਡੂ ਤੇਲੰਗਾਨਾ ਵਾਲੇ ਨਹੀਂ ਆਏ, ਆਪਣਾ ਨਵੀਨ ਪਟਨਾਇਕ ਨਹੀਂ ਆਏ, ਹੋਰ ਬਹੁਤ ਸਾਰੇ ਲੀਡਰ ਹੈਗੇ ਆ, ਔਰ ਇਹ ਹਰ ਆਪਣੀ ਸਟੇਟ ਦੇ ਬਾਦਸ਼ਾਹ ਹੈਗੇ ਆ, ਆਪਣੀ ਸਟੇਟ ਦੇ ਵਿੱਚ ਆਪਣਾ ਜਿਹੜਾ ਹੈਗਾ ਰੁਤਬਾ ਰੱਖਦੇ ਆ, ਔਰ ਹਰ ਸਟੇਟ ਦੇ ਵਿੱਚੋਂ ਜਿਹੜੇ ਹੈਗੇ ਆ ਐਮਪੀਜ਼ ਔਰ ਰਾਜ ਸਭਾ ਦੇ ਮੈਂਬਰ ਆਉਣੇ ਹੈਗੇ ਆ। ਰਹਿ ਗਈ ਕਾਂਗਰਸ ਦੀ ਗੱਲ, ਦੇਖੋ ਕਾਂਗਰਸ ਤਾਂ ਅੱਜ ਛਟਪਟਾ ਰਹੀ ਹੈਗੀ ਆ, ਇਹ ਇਕੱਠੇ ਕਰ ਰਹੀ ਹੈਗੀ ਆ। ਤੇ ਮੈਂ ਜਿਹੜਾ ਤੁਹਾਨੂੰ ਪਹਿਲਾਂ ਕਿਹਾ ਸੀ ਨਾ, ਤੁਸੀਂ ਦੂਜੇ ਪਾਸੇ ਨੂੰ ਕਿਹਾ, ਮੈਂ ਬੀਜੇਪੀ ਦੇ ਸਾਹਮਣੇ ਇੱਕ ਗੱਲ ਲਿਆਉਣੀ ਚਾਹੁੰਦਾ ਕਿ ਜੇ ਇਹ ਪਾਰਟੀਆਂ ਇਕੱਠੀਆਂ ਹੁੰਦੀਆਂ ਹੈਗੀਆਂ ਤਾਂ ਇਹ 300 ਸੀਟਾਂ ਤੇ ਇਫੈਕਟ ਕਰਦੀਆਂ ਹੈਗੀਆਂ, ਨੰਬਰ 1। ਨੰਬਰ 2 ਤੇ ਇਹ ਇਹਨਾਂ ਨੂੰ ਕਦੇ ਕਿਸੇ ਪਾਰਟੀ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੇ ਬੀਜੇਪੀ ਅੱਜ ਸਰਕਾਰ ਦੇ ਵਿੱਚ ਹੈਗੀ ਹੈ ਤਾਂ ਬੀਜੇਪੀ ਦਾ ਵੀ ਇੱਕ ਜਿਹੜਾ ਗੱਠਜੋੜ ਹੋਇਆ ਸੀ, ਜਿਹਦੇ ਵਿੱਚ ਸਭ ਤੋਂ ਵੱਡੇ ਸੂਤਰਧਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ, ਜਿਨ੍ਹਾਂ ਨੇ ਇੰਨੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਅੱਜ ਜਿਹੜੇ ਹੈਗੇ ਨਾ, ਮਤਲਬ ਡੀਂਗਾ ਮਾਰ ਰਹੇ ਆ, ਅਸੀਂ ਆਏ ਜੀ ਅਸੀਂ ਆਏ। ਰਹਿ ਗਈ ਕਾਂਗਰਸ ਦੀ ਗੱਲ, ਦੇਖੋ ਇਹ ਤਾਂ ਹਾਲੇ ਡੱਡੂਆਂ ਦੀ ਪੰਸੇਰੀ ਦੀ ਜਿਹੜੀ ਮੈਂ ਗੱਲ ਕੀਤੀ ਹੈ ਨਾ, ਇਹ ਉਦੋਂ ਹੋਰ ਖਿੰਡਣੀ ਹੈ ਜਦੋਂ ਪੀਐਮ ਡਿਕਲੇਅਰ ਹੋਣਾ ਹੈ। ਰਾਹੁਲ ਗਾਂਧੀ ਨੂੰ ਡਿਕਲੇਅਰ ਕਰਕੇ ਕੋਈ ਰਾਜੀ ਨਹੀਂ ਹੈਗਾ। ਰਾਹੁਲ ਵਰਸਸ ਅਖਿਲੇਸ਼ ਹੈ ਜਿਹੜੀ, ਉਹ ਬਹੁਤ ਵੱਡੀ ਜਿਹੜਾ ਉਹਨਾਂ ਦਾ ਆਪਸੀ ਡਿਫਰੈਂਸ ਹੈਗਾ। ਠੀਕ ਹੈ, ਮਤਲਬ ਸਹਿਮਤੀ ਔਖੀ ਹੋ ਗਈ। ਗੌਰਵ ਜੀ ਰਹਿ ਗਈ ਗੱਲ, ਇੱਕ ਗੱਲ ਦਾ ਜਵਾਬ ਮੈਂ ਦੇ ਦੇਵਾਂ, ਇਹ ਖੜਿਆਲ ਸਾਹਿਬ ਜਿਹੜੀ ਹੈਗੇ ਨਾ ਗੱਲ ਨੂੰ ਇੱਧਰ ਉੱਧਰ ਜਾਣੀ ਚਾਹੁੰਦੇ ਆ, ਇਹ ਦੱਸਦੇ ਆ ਨਾ, ਇਹ ਪੰਜਾਬ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਹਮਲੇ ਕਰਨ ਵਾਲੇ ਲੋਕ ਇਹ ਮੈਨੂੰ ਦੱਸਦੇ ਆ ਨਾ ਕਿ ਜਿਹੜਾ ਬੇਅਦਬੀਆਂ ਦੇ ਚਲਾਨ ਪੇਸ਼ ਹੋਏ, ਤੁਸੀਂ ਕਿਹੜਾ ਕੀਤਾ ਸੀ? ਜਿਹੜੀ ਹੈ ਨਾ ਪੋਲੀਟੀਕਲ ਵੈਂਡੇਟੇ ਤੁਸੀਂ ਕੀਤੇ, ਜੋ ਉਹੀ ਤੁਹਾਡੇ ਨਾਲ ਅੱਜ ਹੋ ਰਿਹਾ। ਠੀਕ ਹੈ, ਚਲੋ ਆਮ ਆਦਮੀ ਪਾਰਟੀ ਥੋੜੀ ਵੇਟ ਕਰਿਓ ਪਲੀਜ਼, ਬੀਜੇਪੀ ਦਾ ਥੋੜੀ ਵੇਟ ਕਰਿਓ, ਤਵਨ ਸਾਹਿਬ ਦਾ ਰੁਕ ਕਰ ਦਿਓ, ਥੋੜੀ ਵੇਟ ਕਰਿਓ ਪਲੀਜ਼, ਕਰਨੀ ਸਾਹਿਬ ਔਰ ਖੜਿਆਲ ਜੀ ਵੇਟ ਕਰੋ, ਕਰਨੀ ਸਾਹਿਬ ਤੁਹਾਡੀ ਗੱਲ ਆ ਗਈ, ਰਿਐਕਸ਼ਨ ਲੈਣਾ ਜਾਂਦਾ ਹੋਇਆ ਇੱਕ ਵਾਰੀ, ਤਵਨ ਜੀ ਦਾ ਇੱਕ ਵਾਰੀ ਰੁਕ ਕਰ ਲਵਾਂ। ਤਵਨ ਜੀ ਦੇਖੋ ਗੱਲ ਆਪਾਂ ਹੁਣ ਕਨਕਲੂਡ ਕਰਨਾ ਮੈਂ ਡਿਬੇਟ ਨੂੰ, ਉਸ ਤੋਂ ਪਹਿਲਾਂ ਤੁਹਾਡਾ ਕਮੈਂਟ इनको दिल्ली विधानसभा सेशन बुलाਉਣ ਤੇ ਮਤਾ ਪਾਸ ਕਰਨੇ ਠੀਕ ਹੈ, ਉਹਦੇ ਉੱਪਰ ਜਵਾਬ ਦੇ ਦੇਣਗੇ, ਤੁਹਾਡਾ ਆਰਡੀਐਫ ਵਾਲਾ ਮੁੱਦਾ ਹੋਏਗਾ। ਦੇਖੋ ਹੁਣ ਤੋਂ ਕਰੀਬ ਮੇਰੇ ਕੋਲ ਫੋਨ ਹੈ, 3 ਤੋਂ 4 ਮਿੰਟ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਦਾ ਇੱਕ ਟਵੀਟ ਆਇਆ ਹੈ, ਉਸ ਦੇ ਵਿੱਚ ਉਹ ਸਟਾਰਟ ਇਹੀ ਕਰ ਰਹੇ ਨੇ, ਇਟ ਹੈਜ਼ ਆਲਰੇਡੀ ਬੀਨ ਪ੍ਰੂਵਨ ਦੈਟ ਦ ਆਮ ਆਦਮੀ ਪਾਰਟੀ ਇਜ਼ ਅ ਬੀ ਟੀਮ ਆਫ ਦ ਬੀਜੇਪੀ। ਮੈਂ ਪਹਿਲੀ ਲਾਈਨ ਹੀ ਪੜ੍ਹ ਰਿਹਾ, ਸਿਰਫ ਇਹ ਲਾਈਨ ਦੱਸ ਰਹੀ ਹੈ ਕਿ ਪੰਜਾਬ ਕਾਂਗਰਸ ਦਾ ਸਾਥ ਤਾਂ ਆਮ ਆਦਮੀ ਪਾਰਟੀ ਨੂੰ ਆਰਡੀਨੈਂਸ ਵਾਲੇ ਮੁੱਦੇ ਤੇ ਨਹੀਂ ਮਿਲਣਾ। ਗੱਠਜੋੜ ਹੋ ਰਿਹਾ ਹੈ, ਸਾਹਿਬ ਗੱਠਜੋੜ ਕੱਲੀ ਆਮ ਆਦਮੀ ਪਾਰਟੀ ਦਾ 14 ਪਾਰਟੀਆਂ ਕਿੱਧਰ ਗਈਆਂ ਜੀ? ਥੋੜਾ ਜਿਹਾ ਵੇਟ ਕਰਿਓ ਤਮਨ ਸਾਹਿਬ ਤੁਹਾਡੀ ਸਟੇਟਮੈਂਟ ਜ਼ਰੂਰੀ ਹੈ ਕਿ 2 ਮਿੰਟ ਤਮਨ ਜੀ ਕਨਕਲੂਡ ਕਰਨਾ ਸਰ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਛੋਟਾ ਰੱਖਿਓ। ਕਨਕਲੂਡ ਕਰ ਰਿਹਾ ਜੀ। ਪਹਿਲੀ ਗੱਲ ਤਾਂ ਇਹ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੀ ਬੋਲ ਰਹੇ ਨੇ, ਉਹਨਾਂ ਨੂੰ ਜੋ ਕਾਂਗਰਸ ਦੇ ਲੀਡਰ ਬੋਲ ਰਹੇ ਨੇ, ਇਹ ਸਮਝੋ ਇਸ ਗੱਲ ਨੂੰ, ਕਾਂਗਰਸ ਦੇ ਲੀਡਰ ਬੋਲ ਰਹੇ ਨੇ। ਕਈ ਕਾਂਗਰਸ ਦੀ ਗੱਲ ਇਹੀ ਕਾਂਗਰਸ ਪਾਰਟੀ ਦਾ ਸਮਰਥਨ ਮੰਗ ਰਿਹਾ, ਇਹੀ ਜਿਹਨੂੰ ਭਾਜਪਾ ਗਏ ਹੋ ਉਹੀ ਕਾਂਗਰਸ ਦਾ ਸਮਰਥਨ ਮੰਗ ਰਹੇ ਹੈ। ਹੋਰ ਨਾ ਬੋਲ ਲੈਣ ਦੋ ਖੜਿਆਲ ਸਾਹਿਬ 30 ਸੈਕਿੰਡ ਤੁਹਾਨੂੰ ਦੇਣਾਗਾ। ਇੱਕ ਤਵਨ ਸਾਹਿਬ ਗੱਲ ਕੰਪਲੀਟ ਥੋੜੇ ਪਲੀਜ਼, ਤਵਨ ਜੀ ਕੰਪਲੀਟ ਕਰ ਲਓ। ਪੰਜਾਬ ਕਾਂਗਰਸ ਵਾਲਿਆਂ ਨੂੰ ਮਨਾਉਣਾ ਪੈਣਾ ਲੱਗਦਾ ਹੈ, ਨਹੀਂ ਤਵਨ ਸਾਹਿਬ ਲੱਗਦਾ ਕਿ ਤੁਹਾਨੂੰ ਪੰਜਾਬ ਕਾਂਗਰਸ ਵਾਲਿਆਂ ਪਾਸੇ ਵੀ ਫੋਕਸ ਕਰਨਾ ਪੈਣਾ, ਸਿਰਫ ਹਾਈ ਕਮਾਂਡ ਨਾਲ ਗੱਲ ਨਹੀਂ ਬਣਨੀ ਕਿ ਇਧਰੋਂ ਓਕੇ ਹੋਏਗੀ ਤਾਂ ਹੀ ਉਹਨਾਂ ਨੇ ਜਾ ਕੇ ਆਰਡੀਨੈਂਸ ਦੇ ਵਾਲੇ ਪੁਆਇੰਟ ਦੇ ਉੱਤੇ ਤੁਹਾਡੇ ਨਾਲ ਖੜਨਾ ਹੈ। ਕਾਂਗਰਸ ਪੱਧਰ ਤੇ ਪਾਰਟੀ ਹੈ, ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਇਹਨਾਂ ਦੀ ਚੁੱਪੀ ਰਹਿੰਦੀ ਹੈ ਕਿਤੇ ਨਾ ਕਿਤੇ ਸਮਰਥਨ ਹੋਏਗਾ ਭਾਜਪਾ ਦਾ, ਬੀਜੇਪੀ ਸਰਕਾਰ ਦਾ ਚੁੱਪੀ ਹੈਗੀ ਆਰਡੀਐਫ ਦੇ। ਦੂਸਰੀ ਗੱਲ ਸੁਣੋ ਯਾਰ, ਮੈਂ ਖੜਿਆਲ ਸਾਹਿਬ ਨੂੰ ਗੱਲ ਕਰਾਂਗਾ ਕਿ ਸੱਚ ਸੁਣ ਲਿਆ ਕਰੋ, 2 ਮਿੰਟ ਸੁਣ ਲਓ ਆਰਾਮ ਨਾਲ, ਤੁਹਾਡੀ ਗੱਲ ਹੈ ਕਿ ਤੁਸੀਂ ਬੋਲਣਾ ਸੁਣ ਲਓ, ਵਿਚਾਲੇ ਕੰਟਰੋਲ ਕਰਨਾ ਪੈ ਜਾਏਗਾ। ਮੈਂ ਉਹੀ ਕਹਿ ਰਿਹਾ ਕਿ ਵਿਚਾਲੇ ਕੰਟਰੋਲ ਕਰਨਾ ਪਏਗਾ। ਖੜਿਆਲ ਸਾਹਿਬ ਮੈਂ ਸਮਾਂ ਨਹੀਂ ਦੇ ਪਾਉਂਗਾ ਫਿਰ। ਗੌਰਵ ਜੀ ਕਾਂਗਰਸ ਕੰਪਲੀਟ ਕਰੋ ਤੁਸੀਂ ਆਪਣੀ ਗੱਲ, ਤਵਨ ਜੀ ਕੰਪਲੀਟ ਕਰੋ ਪਲੀਜ਼, ਤਵਨ ਜੀ ਕੰਪਲੀਟ ਕਰੋ। ਸਰੀਨ ਸਾਹਿਬ ਥੋੜੇ ਹੋਲਡ ਕਰੋ, ਲੋਕਾਂ ਤੱਕ ਗੱਲ ਪਹੁੰਚੇ। ਬਹੁਤ ਕਲੀਅਰ ਸਵਾਲ ਪੁੱਛਿਆ ਮੈਂ। ਭਾਜਪਾ ਦੇ ਜੇ ਬੁਲਾਰੇ ਨੇ ਗੱਲ ਕਹੀ, ਮੈਂ ਤੇ ਇਹਨਾਂ ਨੂੰ ਇਹ ਦੱਸਾਂਗਾ ਕਿ ਜੋ ਇਹ ਮੁਹੱਲੇ ਦੀ ਗੱਲ ਕਰ ਰਹੇ ਆ, ਬੇਸਿਕਲੀ ਇਹਨਾਂ ਦੀ ਸੋਚ ਮੁਹੱਲਿਆਂ ਤੱਕ ਹੀ ਰਹਿ ਗਈ।
ਸਰੀਨ ਸਾਹਿਬ ਆਪਣੀ ਅੱਖਾਂ ਖੋਲੋ, ਜੋ ਲੋਕਤੰਤਰ ਦੀ ਤੁਸੀਂ ਧੱਜੀਆਂ ਉਡਾਈਆਂ, ਜੋ ਕੋਵਿਡ ਦੇ ਸਮੇਂ ਲੋਕਾਂ ਨੇ ਆਪਣੇ ਪਰਿਵਾਰ ਦੇ ਜੀ ਖੋਏ। ਨਿਤਵਨ ਸਾਹਿਬ ਆਰਡੀਨੈਂਸ ਤੇ ਸਰ ਪਲੀਜ਼ ਫੋਕਸ ਥੋੜਾ ਜਿਹਾ ਇੱਕ ਜਵਾਬ ਦੇ ਦਿਓ ਤੁਸੀਂ। ਪੰਜਾਬ ਕਾਂਗਰਸ ਦਾ ਸਾਥ ਨਾ ਮਿਲਿਆ ਤਾਂ ਫਿਰ ਹੋਏਗਾ ਕੀ? ਜੇ ਪੰਜਾਬ ਕਾਂਗਰਸ ਦਾ ਸਾਥ ਨਹੀਂ ਮਿਲਦਾ ਤਾਂ ਹਾਈ ਕਮਾਂਡ ਸਾਥ ਦੇਵੇਗੀ, ਔਖਾ ਲੱਗਦਾ। ਜਦ ਤੱਕ ਮੈਂ ਆਪਦੀ ਗੱਲ ਰੱਖ ਰਿਹਾ ਜੀ, ਅਸੀਂ ਸਾਫ਼ ਕਹਿ ਚੁੱਕੇ ਹਾਂ, ਜਦ ਤੱਕ ਕਾਂਗਰਸ ਦੇ 31 ਜਿਹੜੇ ਰਾਜ ਸਭਾ ਮੈਂਬਰ ਨੇ ਉਹ ਇਸ ਕਾਲੇ ਆਰਡੀਨੈਂਸ ਦੀ ਨਖੇਦੀ ਨਹੀਂ ਕਰਦੇ, ਜਨਤਕ ਹੋ ਕੇ ਕਾਂਗਰਸ ਇਹ ਗੱਲ ਨਹੀਂ ਕਹੇਗੀ, ਤਦ ਤੱਕ ਅਸੀਂ ਆਉਣ ਵਾਲੀ ਕਿਸੇ ਹੋ ਸਕਦਾ ਭਵਿੱਖ ਵਿੱਚ ਇਸ ਮੀਟਿੰਗਾਂ ਦਾ ਹਿੱਸਾ ਨਹੀਂ ਬਣਾਂਗੇ। ਠੀਕ ਹੈ ਸਰ, ਬਹੁਤ ਕਲੀਅਰ ਹੋ ਗਿਆ, ਬਹੁਤ ਕਲੀਅਰ ਹੋ ਗਿਆ। 12 ਜੁਲਾਈ ਨੂੰ ਹੀ ਮੀਟਿੰਗ ਹੈ, ਉਸ ਸਮੇਂ ਹੀ ਕਲੀਅਰ ਹੋ ਜਾਏਗਾ। ਖੜਿਆਲ ਸਾਹਿਬ ਕਲੀਅਰ ਕਰੋ। ਮੈਂ ਤਾਂ ਇੱਕੋ ਗੱਲ ਕਹੂੰਗਾ, ਜਿਹੜੀ ਪਾਰਟੀ ਕੋਲੇ ਲੋਕਾਂ ਤੱਕ ਗੱਲ ਪਹੁੰਚਣਾ। ਖੜਿਆਲ ਸਾਹਿਬ ਕਲੀਅਰ ਕਰ ਲਓ, ਸਮਾਂ ਖਤਮ ਹੋ ਰਿਹਾ। ਧੰਨਵਾਦ। ਜਿਹੜੀ ਪਾਰਟੀ ਕੋਲੇ ਹੋਵੇ ਹੀ ਕੈਂਪੀ 10 ਮਹੀਨਿਆਂ ਲਈ ਹੋਵੇ, ਉਹ ਪਾਰਟੀ ਕੋਲੇ ਕੋਈ ਵੈਲਿਊ ਨਹੀਂ ਹੈ। ਦੂਜੀ ਗੱਲ ਬੀਜੇਪੀ ਦਾ ਜਵਾਬ ਦੇਣਾ। ਹੁਣ ਬੀਜੇਪੀ ਨੇ ਕੀ ਗੱਲ ਕੀਤੀ? ਮੱਲਾ ਵਾਲੇ ਪਾਰਟੀਆਂ ਦਾ ਇੱਥੇ ਪੰਜਾਬ ਚ ਕੀ ਇਨਫਲੂਐਂਸ ਹੈ? ਬੀਜੇਪੀ ਦੀ ਗੱਲ ਕਹੀ, ਬੀਜੇਪੀ ਨੂੰ ਨਾ ਬੋਲਦੇ ਆ ਕਿ ਸ਼ਿਵ ਸੇਨਾ ਦਾ ਕੀ ਇਨਫਲੂਐਂਸ ਹੈ ਪੰਜਾਬ ਤੇ, ਏਡੀਐਸ ਦਾ ਕੀ ਇਨਫਲੂਐਂਸ ਹੈ ਪੰਜਾਬ ਤੇ, ਇਹ ਏਡੀਐਮਕੇ ਦਾ ਕੀ ਇਨਫਲੂਐਂਸ ਹੈ ਪੰਜਾਬ ਤੇ। ਪਏਗਾ, ਸਮਾਂ ਖਤਮ ਹੋ ਗਿਆ। ਖੜਿਆਲ ਸਾਹਿਬ ਮਾਫੀ ਚਾਹੂੰਗਾ, ਦੇਸ਼ ਦੇ ਰੱਖ ਦੇਗਾ। ਵਿਚਾਲੇ ਰੋਕ ਰਹੇ, ਸਮਾਂ ਖਤਮ ਹੋ ਚਲਿਆ। ਖੜਿਆਲ ਸਾਹਿਬ ਧੰਨਵਾਦ, ਤਵਨ ਜੀ ਧੰਨਵਾਦ। ਸਰੀਨ ਸਾਹਿਬ ਨਹੀਂ ਆਉਂਗਾ, ਲਾਸਟ ਰਿਐਕਸ਼ਨ ਦੇ ਲਈ ਨਹੀਂ ਆ ਪਾਉਂਗਾ, ਮਾਫੀ ਚਾਹੂੰਗਾ ਇਸ ਦੇ ਲਈ। ਧਾਰਨੀ ਸਾਹਿਬ ਤੁਹਾਡਾ ਵੀ ਧੰਨਵਾਦ, ਸਰੀਨ ਸਾਹਿਬ ਤੁਹਾਡਾ ਵੀ ਧੰਨਵਾਦ, ਸਾਰਿਆਂ ਦਾ ਧੰਨਵਾਦ ਇਸ ਪੂਰੀ ਚਰਚਾ ਸ਼ਾਮਲ ਹੋਣ ਦੇ ਲਈ। ਮੁੱਦਾ ਤਾਂ ਲਾਜ਼ਮੀ ਤੌਰ ਤੇ ਇੱਥੇ ਆ ਕੇ ਖੜ ਰਿਹਾ ਹੈ ਕਿ ਆਰਡੀਨੈਂਸ ਤੇ ਗੱਲ ਬਣੇਗੀ ਜਾਂ ਨਹੀਂ। ਆਰਡੀਨੈਂਸ ਦੇ ਉੱਤੇ ਪੰਜਾਬ ਕਾਂਗਰਸ ਥੋੜਾ ਜਿਹਾ ਸਮਝੀਏ, ਥੋੜੀ ਪਿਕਚਰ ਕਲੀਅਰ ਵੀ ਨਜ਼ਰ ਆਏਗੀ ਕਿ ਕਾਂਗਰਸ ਹਾਈ ਕਮਾਨ ਆਰਡੀਨੈਂਸ ਦੇ ਉੱਤੇ ਬਹੁਤ ਜ਼ਿਆਦਾ ਹਾਰਡ ਨਜ਼ਰ ਨਹੀਂ ਆਉਂਦੀ, ਪਰ ਪੰਜਾਬ ਕਾਂਗਰਸ ਬਹੁਤ ਕਲੀਅਰ ਨਜ਼ਰ ਆ ਰਹੀ ਹੈ ਕਿ ਨਹੀਂ, ਇਹਨਾਂ ਦਾ ਸਾਥ ਨਹੀਂ ਦੇਣਾ, ਯਾਨੀ ਆਮ ਆਦਮੀ ਪਾਰਟੀ ਦਾ ਸਾਥ ਨਹੀਂ ਦੇਣਾ। ਪੰਜਾਬ ਕਾਂਗਰਸ ਜਾਂ ਦਿੱਲੀ ਕਾਂਗਰਸ ਦੋਵੇਂ ਇਕਾਈਆਂ ਕਿ ਹਾਈ ਕਮਾਨ ਨੂੰ ਇਸ ਗੱਲ ਦੇ ਉੱਤੇ ਰਾਜ਼ੀ ਕਰ ਲੈਣਗੀਆਂ ਕਿ ਆਰਡੀਨੈਂਸ ਦੇ ਉੱਤੇ ਆਮ ਆਦਮੀ ਪਾਰਟੀ ਦਾ ਸਾਥ ਨਹੀਂ ਦੇਵੋ। ਜੇ ਆਰਡੀਨੈਂਸ ਦੇ ਉੱਤੇ ਸਾਥ ਆਮ ਆਦਮੀ ਪਾਰਟੀ ਨੂੰ ਨਹੀਂ ਮਿਲਿਆ ਤਾਂ ਕੀ ਗੱਠਜੋੜ ਜੋ ਬਣਦਾ ਹੋਇਆ ਨਜ਼ਰ ਆ ਰਿਹਾ ਹੈ, ਜਾਂ ਜਿਸ ਨੂੰ ਕਹਿ ਦਿੱਤਾ ਗਿਆ ਕਿ ਬਣ ਗਿਆ, ਕਿ ਉਹ ਗੱਠਜੋੜ ਖਿੰਡਦਾ ਨਹੀਂ ਜਾਏਗਾ? ਇਸ ਦੇ ਉੱਤੇ ਹੀ ਸਭ ਦੀ ਨਜ਼ਰ ਹੈ। ਨਜ਼ਰ ਹੁਣ 10 ਤੇ 12 ਜੁਲਾਈ ਤੇ ਵੀ ਰਹੇਗੀ, ਜਦੋਂ ਆਪਣੇ ਗਵਾਂਢੀ ਸੂਬੇ ਦੇ ਵਿੱਚ ਮੀਟਿੰਗ ਹੋਣੀ ਹੈ ਸ਼ਿਮਲੇ ਦੇ ਵਿੱਚ ਇਸ ਮਹਾ ਗੱਠਜੋੜ ਦੀ।